प्रसाद। अमन शब्द ਧਨਾਸਰੀ ਰਾਗਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੁਰ ਤਾਲ ਦੇ ਛੇਵੇਂ ਘਰ ਦੇ ਅੰਦਰ ਗਾਇਨ ਕਰਨ ਦਾ ਹੁਕਮ ਹੈ। ਇਹ 18 ਗਾਇਨ ਕਰਨ ਦੇ ਜਿਹੜੇ ਘਰ ਨੇ ਇਹਨਾਂ ਦੀ ਗਿਣਤੀ ਹੈ 68 68 60 ਤੇ 8 68। ਗੁਰਬਾਣੀ 17 ਘਰਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ। ਬਾਕੀ ਜਿਹੜੇ ਘਰ ਨੇ ਉਹਨਾਂ ਦੇ ਅੰਦਰ ਗੁਰਬਾਣੀ ਨਹੀਂ ਉਚਾਰਨ ਕੀਤੀ ਗਈ। ਗੁਰਬਾਣੀ ਦਾ ਗਾਇਨ ਜਿਹੜਾ ਇਹ 17 ਘਰਾਂ ਦੇ ਅੰਦਰ ਗਾਇਨ ਕੀਤਾ ਗਿਆ ਹੈ। ਇਹ ਸੁਰ ਤਾਲ ਦਾ 6ਵਾਂ ਕਬਾਰ, ਇਹ ਨਮਸਕਾਰ ਮੰਗਲਾਚਰਨ ਨੇ। ਸਰਬ ਕਲਾ ਸਮਰੱਥ ਉਸ ਪ੍ਰਭੂ ਵਡਿਆਈ ਹੈ ਸੱਚੇ ਸਤਿਗੁਰ ਦੀ ਕੀ ਸਾਰੀਆਂ ਤੇਰੇ ਵਿੱਚ ਹਨ। ਕਲਾ ਦਾ ਅਰਥ ਹੁੰਦਾ ਗੁਣ, ਕਲਾ ਦਾ ਅਰਥ ਹੁੰਦਾ ਹੁਨਰ। ਜਿਵੇਂ ਕਿਸੇ ਵਿੱਚ ਕਲਾ ਹੈ, ਉਹ ਬੜੀ ਸੋਹਣੀ ਚਿੱਤਰਕਾਰੀ ਕਰ ਸਕਦਾ ਹੈ। ਅਸੀਂ ਕਹਿ ਦਿੰਦੇ ਹਾਂ ਇਹਦੇ ਕੋਲ ਫੋਟੋਆਂ ਬਣਾਉਣ ਦਾ, ਚਿੱਤਰਕਾਰੀ ਕਰਨ ਦਾ ਬੜਾ ਸੋਹਣਾ ਹੁਨਰ ਹੈ ਭਾਈ, ਬੜੀਆਂ ਸੋਹਣੀਆਂ ਸੀਨਰੀਆਂ ਤਿਆਰ ਕਰਦਾ ਹੈ। ਕਿਸੇ ਕੋਲੇ ਹੁਨਰ ਹੈ ਸਾਜ਼ ਵਜਾਉਣ ਦਾ, ਉਹ ਸਾਜ਼ ਬੜੇ ਸੋਹਣੇ ਵਜਾਉਂਦਾ ਹੈ। ਇਹ ਹੁਨਰ ਨੇ, ਇਹਨਾਂ ਨੂੰ ਕਲਾ ਆਖਿਆ ਜਾਂਦਾ ਹੈ। ਹੁਨਰ ਕਹਿ ਲਓ, ਕਲਾ ਆਖ ਲਓ, ਗੁਣ ਆਖ ਲਓ। ਕਈ ਇਸ ਤਰ੍ਹਾਂ ਦੇ ਸਿਆਣੇ ਬੈਠੇ ਨੇ ਮਿਸਤਰੀ, ਉਹ ਮਸ਼ੀਨਰੀ ਨੂੰ ਚੱਲਦੀ ਨੂੰ ਵੇਖ ਕੇ ਦੱਸ ਦਿੰਦੇ ਨੇ ਵੀ ਇਹਦੇ 'ਚ ਆਹ ਨੁਕਸ ਪਿਆ ਹੋਇਆ ਹੈ। ਇਹ ਹੁਨਰ ਇਹਨਾਂ ਕਲਾ ਹੈ। ਸਾਡੇ ਕੋਲੇ ਇਸ ਤਰ੍ਹਾਂ ਇੱਕ ਇੱਕ ਕਲਾ ਹੈ। ਉਹ ਪਰਮਾਤਮਾ ਜਿਹੜਾ ਉਹ ਸਰਬ ਕਲਾ ਸਮਰੱਥ ਹੈ, ਸਾਰੀਆਂ ਕਲਾ ਨੇ ਉਸ ਦੇ ਪਾਸ, ਤੇ ਉਸ ਤੋਂ ਸਾਨੂੰ ਇੱਕ ਇੱਕ ਕਲਾ ਮਿਲਦੀ ਹੈ। ਉਹ ਕਾਹਦੇ ਵਾਸਤੇ? ਉਪਜੀਵਕਾ ਵਾਸਤੇ, ਰੋਟੀ ਰੋਜੀ ਵਾਸਤੇ। ਪ੍ਰਭੂ ਨੇ ਸਰਬ ਕਲਾ ਸਮਰੱਥ, ਉਹ ਸਾਰੀਆਂ ਕਲਾ ਰੱਖਣ ਵਾਲਾ ਹੈ, ਤੇ ਉਹ ਸਾਨੂੰ ਕੋਈ ਨਾ ਕੋਈ ਕਲਾ ਦੇ ਦਿੰਦਾ। ਕਿਸੇ ਨੂੰ ਕਲਾ ਦੇ ਦਿੱਤੀ, ਉਹਨੂੰ ਪੜ੍ਹਾਉਣਾ ਬੜਾ ਸੋਹਣਾ ਹੁੰਦਾ ਹੈ। ਕਿਸੇ ਨੂੰ ਕਲਾ ਦੇ ਦਿੱਤੀ, ਉਹਨੂੰ ਚਿੱਤਰਕਾਰੀ ਬੜੀ ਸੋਹਣੀ ਹੁੰਦੀ ਹੈ। ਕਿਸੇ ਨੂੰ ਕਲਾ ਦੇ ਦਿੱਤੀ, ਉਸ ਨੂੰ ਨੱਚਣਾ ਬੜਾ ਸੋਹਣਾ ਹੁੰਦਾ ਹੈ। ਕਿਉਂਕਿ ਗੁਰਬਾਣੀ ਦੇ ਅੰਦਰ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਜਾਪ ਸਾਹਿਬ ਦੇ ਅੰਦਰ ਲਿਖਦੇ ਨੇ, ਆਪਾਂ ਹਰ ਰੋਜ਼ ਪੜ੍ਹਦੇ ਹਾਂ, ਰੋਜੀ ਦਹੰਦ ਹੈ। ਉਹ ਰੋਜੀ ਦੇਣ ਵਾਲਾ ਹੈ, ਤੇ ਇਸ ਤਰ੍ਹਾਂ ਰੋਜੀ ਦਿੰਦਾ ਹੈ। ਸਾਨੂੰ ਕੋਈ ਨਾ ਕੋਈ ਕਲਾ ਦੇ ਦਿੰਦਾ ਹੈ। ਉਸ ਕਲਾ ਦੇ ਨਾਲ ਅਸੀਂ ਆਪਣੀ ਰੋਜੀ ਰੋਟੀ ਕਮਾਉਂਦੇ ਹਾਂ। ਤੇ ਦਿੰਦਾ ਇੱਕੋ ਹੀ ਕਲਾ ਹੈ, ਕੋਈ ਇਸ ਤਰ੍ਹਾਂ ਦਾ ਪ੍ਰਾਣੀ ਨਹੀਂ ਜਿਹਦੇ ਕੋਲ 15-20 ਕਲਾ ਹੋਣ। ਸਰਬ ਕਲਾ ਸਮਰੱਥ ਆਪ ਅਕਾਲ ਪੁਰਖ ਵਾਹਿਗੁਰੂ ਹੈ। ਡੰਡੌਤ ਬੰਦਨ ਅਣਖ ਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਇਹ ਬੇਨਤੀ ਪੂਰਵਕ ਹੈ, ਹੇ ਮੇਰੇ ਸੱਚੇ ਸਤਿਗੁਰ, ਮੇਰੇ ਤੇ ਕਿਰਪਾ ਕਰੀ, ਅੰਦਰ ਸ਼ਰਧਾ ਮੇਰੀ ਬਣੀ ਰਵੇ, ਇਹ ਨਾ ਡੋਲ ਜਾਵੇ ਕਿਤੇ। ਨਾਨਕ ਦੇ ਕਰ ਹੱਥ ਆਸਰਾ, ਆਪ ਜੀ ਦਾ ਆਸਰਾ ਮੈਨੂੰ ਮਿਲ ਜਾਵੇ, ਆਪ ਜੀ ਦਾ ਸਹਾਰਾ ਮੈਨੂੰ ਮਿਲ ਜਾਵੇ। ਇਹਦੇ ਵਿੱਚ ਚਾਰੇ ਪ੍ਰਕਾਰ ਦੇ ਮੰਗਲਾਚਰਨ ਆ ਗਏ ਨੇ। ਹੁਣ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਜੋ ਮੰਗਲਾਚਰਨ ਕਰਦੇ ਨੇ, ਵਸਤੂ ਨਿਰਦੇਸ਼ਕ ਇਹਨੂੰ ਆਖਿਆ ਜਾਂਦਾ ਹੈ। ਵਸਤੂ ਨਿਰਦੇਸ਼ਕ, ਨਿਰਦੇਸ਼ਕ ਦਾ ਅਰਥ ਹੁੰਦਾ ਇਸ਼ਾਰਾ ਕਰਨਾ। ਜਿਵੇਂ ਕਿਸੇ ਨੂੰ ਅਸੀਂ ਪੁੱਛਿਆ ਨਾ ਬਈ ਮੈਂ ਭਾਈ ਫਲਾਣੇ ਪਿੰਡ ਜਾਣਾ, ਮੈਨੂੰ ਸੜਕ ਦੱਸੀ ਜਾਂ ਗਲੀ ਦੱਸੀ, ਉਹ ਇਸ਼ਾਰਾ ਕਰ ਦੂਗਾ ਇੱਧਰ ਨੂੰ ਚਲਾ ਜਾ। ਇਹਨੂੰ ਕਹਿੰਦੇ ਨੇ ਨਿਰਦੇਸ਼। ਇਸ਼ਾਰਾ ਕਰਨਾ, ਦੱਸ ਦੇਣਾ, ਰਾਹ ਵਿਖਾਉਣਾ। ਵਸਤੂ ਇੱਥੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਸਾਨੂੰ ਨਿਰਦੇਸ਼ ਕਰ ਰਹੇ ਨੇ, ਸਾਨੂੰ ਇਸ਼ਾਰਾ ਕਰ ਰਹੇ ਨੇ ਵੀ ਹੇ ਗੁਰਮੁਖ ਪਿਆਰਿਆ, ਤੇਰੇ ਜੀਵਨ ਦਾ ਇਹ ਰਸਤਾ ਹੀ ਇੱਧਰ ਨੂੰ ਤੁਰਨਾ ਕਰ। ਤਾਂ ਕਰਕੇ ਇਸ ਨੂੰ ਵਸਤੂ ਨਿਰਦੇਸ਼ਕ ਮੰਗਲਾਚਰਨ ਆਖਿਆ ਜਾਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਓੰਕਾਰ ਸਰਬ ਪ੍ਰਕਾਸ਼ਕ। ਤੇ ਗੁਰੂ ਜੀ ਇਸ਼ਾਰਾ ਕਰਦੇ ਨੇ ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਉਸ ਅਦੁੱਤੀ ਬ੍ਰਹਮ ਦੀ ਪ੍ਰਾਪਤੀ ਹੁੰਦੀ ਹੈ ਜੀ। ਜੋ ਜੋ ਜੂਨੀ ਆਇਓ, ਤਹ ਤਹ ਉਰਝਾਇਓ, ਮਾਨਸ ਜਨਮ ਸੰਜੋਗ ਪਾਇਆ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਮਨੁੱਖਾ ਸਰੀਰ ਹੈ ਨਾ ਜਿਹੜਾ, ਇਹ ਬੜੇ ਸੰਜੋਗ ਦੇ ਨਾਲ ਮਿਲਿਆ। ਸੰਜੋਗ ਤੋਂ ਇਹ ਸਮਝ ਲਓ ਭਾਗ, ਭਾਗ ਸਮਝ ਲਓ, ਕਰਮ ਸਮਝ ਲਓ। ਸੰਜੋਗ ਦਾ ਅਰਥ ਹੈ ਜੋ ਸਾਡੇ ਕਰਮਾਂ ਦੇ ਵਿੱਚ ਲਿਖਿਆ, ਉਹਨੂੰ ਸੰਜੋਗ ਆਖਿਆ ਜਾਂਦਾ ਹੈ।
ਤੇ ਵਿਯੋਗ ਦਾ ਅਰਥ ਹੈ ਜੋ ਸਾਨੂੰ ਮਿਲਿਆ ਸੀ ਹੁਣ ਉਹਦੀ ਅਵਧੀ ਪੂਰੀ ਹੋ ਗਈ ਏ, ਉਹ ਸਾਡੇ ਕਰਮਾਂ ਦੇ ਵਿੱਚ ਅੱਗੇ ਨਹੀਂ ਹੈਗਾ, ਸਾਡੇ ਤੋਂ ਖੁੱਸ ਜਾਣਾ ਹੈ, ਸਾਡੇ ਤੋਂ ਚਲਾ ਜਾਣਾ ਹੈ। ਸਾਨੂੰ ਉਹ ਮਿਲਿਆ ਹੋਇਆ ਜਿਹੜਾ ਹੈ ਹੁਣ ਉਹ ਮਿਲਿਆ ਹੋਇਆ ਨਹੀਂ ਰਹੇਗਾ, ਸਾਡੇ ਨਾਲ ਉਹਦਾ ਇਤਨਾ ਹੀ ਸੰਯੋਗ ਸੀ ਜਿਹੜਾ ਅਸੀਂ ਭੋਗ ਲਿਆ, ਹੁਣ ਵਿਯੋਗ ਹੋ ਗਿਆ। ਵਿਯੋਗ ਲਿਖਿਆ ਗਿਆ ਇਸ ਸੰਸਾਰ ਦੇ ਅੰਦਰ ਜਿਹੜੀ ਕਾਰ ਹੋ ਰਹੀ ਹੈ ਨਾ, ਦੋ ਹੀ ਕੰਮ ਹੋ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਗਏ ਸਨ ਤੇ ਉੱਥੋਂ ਦੇ ਫਕੀਰ ਨੇ ਪੁੱਛਿਆ, ਗੁਰੂ ਨਾਨਕ ਦੇਵ ਜੀ ਮੈਨੂੰ ਇਹ ਦੱਸੋ ਪਰਮਾਤਮਾ ਕਰਦਾ ਕੀ ਹੈ? ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਸਾਰੇ ਸਵਾਲ ਕੁਰਸੀ ਤੇ ਬਹਿ ਕੇ ਪੁੱਛੀ ਜਾਵੇਂਗਾ, ਇੱਥੇ ਥੱਲੇ ਆ ਤੇ ਸਾਨੂੰ ਕੁਰਸੀ ਤੇ ਬੈਠਣ ਦੇ ਫਿਰ ਤੈਨੂੰ ਜਵਾਬ ਦੇਵਾਂਗੇ। ਉਹ ਹੱਥ ਜੋੜ ਕੇ ਥੱਲੇ ਆ ਗਿਆ ਗੱਦੀ ਛੱਡ ਕੇ। ਗੁਰੂ ਨਾਨਕ ਦੇਵ ਜੀ ਗੱਦੀ ਤੇ ਜਾ ਕੇ ਬੈਠੇ ਤੇ ਥੋੜਾ ਸਮਾਂ ਗੁਰੂ ਨਾਨਕ ਦੇਵ ਜੀ ਦੇ ਪਾਵਨ ਮੁਖਾਰਬਿੰਦ ਵੱਲ ਵੇਖਿਆ ਤੇ ਫਿਰ ਸਵਾਲ ਕੀਤਾ, ਗੁਰੂ ਜੀ ਦੱਸੋ? ਕਹਿੰਦਾ ਬਸ ਆ ਕੁਝ ਹੀ ਕਰਦਾ ਹੈ, ਅੱਗੇ ਤੂੰ ਰਾਜਾ ਸੇ, ਬਾਦਸ਼ਾਹ ਸੇ, ਇਹਨਾਂ ਸਾਰਿਆਂ ਦਾ ਗੁਰੂ ਸੇ ਤੇ ਇਹ ਸਾਰੇ ਤੇਰੇ ਥੱਲੇ ਬੈਠੇ ਸੀ ਤੇ ਹੁਣ ਉਸ ਪਰਮਾਤਮਾ ਨੇ ਵੇਖ ਤੈਨੂੰ ਥੱਲੇ ਲਾ ਦਿੱਤਾ ਹੈ, ਮੈਨੂੰ ਬਿਠਾ ਦਿੱਤਾ ਹੈ। ਤੇ ਇਹ ਪਰਮਾਤਮਾ ਇਹੀ ਕਰਦਾ ਹੈ, ਇਸੇ ਦਾ ਨਾਂ ਹੀ ਇਹ ਸੰਸਾਰ ਹੈ, ਇਸੇ ਦਾ ਨਾਂ ਹੀ ਸੰਯੋਗ ਤੇ ਵਿਯੋਗ ਹੈ। ਅਸੀਂ ਘਰੋਂ ਚੱਲਦੇ ਹਾਂ ਹੱਸਦੇ ਖੇਡਦੇ ਬੜੇ ਰੰਗਲਾ ਮੰਗਲਾ ਦੇ ਵਿੱਚ ਤੁਰੇ ਜਾਂਦੇ ਹਾਂ, ਅੱਗੇ ਅਚਨਚੇਤ ਕੋਈ ਸਾਡੇ ਨਾਲ ਦੁਰਘਟਨਾ ਹੋ ਗਈ ਹੈ, ਇਹ ਵਿਯੋਗ ਹੋ ਗਿਆ ਹੈ। ਖੁਸ਼ੀ ਸੀ ਜਿਹੜੀ ਉਹ ਗਮੀ ਦੇ ਵਿੱਚ ਪਰਿਵਰਤਿਤ ਹੋ ਗਈ। ਬਸ ਇਹੀ ਕਰਦਾ ਪਰਮਾਤਮਾ, ਹੋਰ ਕਰਦਾ ਕੀ? ਕਿਤੇ ਜੰਮ ਪੈਂਦਾ ਹੈ, ਸੰਯੋਗ ਦੇ ਨਾਲ ਸਰੀਰ ਮਿਲ ਗਿਆ, ਕਿਤੇ ਮਰ ਜਾਂਦਾ, ਵਿਯੋਗ ਹੋ ਗਿਆ, ਵਿਛੜ ਗਿਆ। ਅਚਨਚੇਤ ਕਿਤੋਂ ਮਾਇਆ ਦਾ ਗੱਫਾ ਮਿਲ ਗਿਆ, ਸੰਯੋਗ ਸੀ ਸਾਡੇ ਕਰਮਾਂ ਦੇ ਵਿੱਚ ਸੀ, ਮਿਲ ਗਈ ਵਿਯੋਗ, ਹੁਣ ਨਹੀਂ ਤੇ ਉਹ ਚਲੀ ਗਈ ਹੈ। ਇਹੀ ਸੰਸਾਰ ਦੀ ਕਾਰ ਹੈ। ਹੁਣ ਗੁਰੂ ਮਹਾਰਾਜ ਜੀ ਇੱਥੇ ਸਾਨੂੰ ਦੱਸਦੇ ਨੇ ਮਾਨਸ ਜਨਮ ਸੰਯੋਗ ਪਾਇਆ। ਭਾਈ ਤੇਰੇ ਭਾਗਾਂ ਦੇ ਵਿੱਚ ਲਿਖਿਆ ਸੀ, ਤੇਰੇ ਕਰਮਾਂ ਦੇ ਵਿੱਚ ਲਿਖਿਆ ਸੀ ਵੀ ਇਹਨੂੰ ਮਨੁੱਖਾ ਜੂਨੀ ਮਿਲੇ ਤੇ ਇਹ ਤੈਨੂੰ ਮਿਲ ਗਈ ਏ। ਹੁਣ ਮਿਲੀ ਹੋਈ ਚੀਜ਼ ਦਾ ਲਾਹਾ ਅਸੀਂ ਖੱਟਣਾ ਹੈ। ਮਿਲੀ ਹੋਈ ਚੀਜ਼ ਹੈ ਜਿਹੜੀ, ਉਹਦਾ ਲਾਹਾ ਅਸੀਂ ਖੱਟਣਾ ਹੈ, ਉਹਦੇ ਤੋਂ ਫਾਇਦਾ ਅਸੀਂ ਲੈਣਾ ਹੈ। ਸਾਨੂੰ ਕੋਈ ਸਾਧਨ ਮਿਲਿਆ, ਅਸੀਂ ਘਰੇ ਖਿਲਾਰ ਛੱਡਿਆ, ਉਹਦੇ ਨਾਲ ਆਪਣੇ ਕਾਰੋਬਾਰ ਨਹੀਂ ਕੀਤੇ ਤੇ ਸਾਧਨ ਦਾ ਤਾਂ ਕੋਈ ਕਸੂਰ ਨਹੀਂ ਨਾ। ਸਾਧਨ ਤਾਂ ਮਿਲਿਆ ਹੋਇਆ ਤੇ ਸਾਧਨ ਨੂੰ ਵਰਤੋਂ 'ਚ ਨਹੀਂ ਲਿਆਂਦਾ, ਇਹ ਸਾਡਾ ਕਸੂਰ ਹੈ, ਸਾਧਨ ਦਾ ਕਸੂਰ ਨਹੀਂ। ਉਸੇ ਤਰ੍ਹਾਂ ਇਹ ਜਿਹੜੀ ਦੇਹੀ ਹੈ ਸਾਨੂੰ ਸੰਯੋਗ ਦੇ ਨਾਲ ਮਿਲੀ ਹੈ ਤੇ ਅਸੀਂ ਇਹਦੇ ਤੋਂ ਲਾਹਾ ਨਹੀਂ ਖੱਟਿਆ, ਇਹਦੇ 'ਚ ਸਰੀਰ ਦਾ ਦੇਹੀ ਦਾ ਕਸੂਰ ਨਹੀਂ, ਸਾਡਾ ਆਪਣਾ ਕਸੂਰ ਹੈ। ਉਹ ਕਿਵੇਂ? ਜੋ ਜੋ ਜੂਨੀ ਆਇਓ, ਜਿਹੜਾ ਜਿਹੜਾ ਵੀ ਇਸ ਮਨੁੱਖਾ ਜੂਨੀ ਦੇ ਵਿੱਚ ਆ ਗਿਆ ਨਾ, ਤੇ ਉਰਜਾਇਓ, ਉੱਥੇ ਉੱਥੇ ਉਲਝ ਗਿਆ ਹੈ। ਜਿਹੜੇ ਘਰ ਪਰਿਵਾਰ ਦੇ ਵਿੱਚ ਜਿਹੜੇ ਪ੍ਰਾਣੀ ਨੇ ਜਨਮ ਲੈ ਲਿਆ ਨਾ, ਉਹ ਉੱਥੇ ਉੱਥੇ ਉਲਝ ਗਿਆ। ਉਲਝਿਆ ਕਿਵੇਂ ਹੈ? ਜੇ ਕਿਸੇ ਗਰੀਬ ਦੇ ਘਰੇ ਜਨਮ ਲਿਆਏ ਤੇ ਫਿਰ ਸਾਰੀ ਉਮਰ ਰੋਂਦਾ ਮਰ ਜਾਂਦਾ, ਟੁਕੜਿਆਂ ਦੇ ਲਈ ਉਲਝ ਗਿਆ ਹੈ। ਇਸ ਉਲਝੇਵੇਂ ਨੂੰ ਉਹ ਸੁਲਟ ਨਹੀਂ ਸਕਦਾ। ਤੇ ਜੇ ਕਿਤੇ ਅਮੀਰ ਬਾਪ ਦੇ ਘਰੇ ਜਨਮ ਹੋ ਗਿਆ ਤੇ ਉਹ ਧਨ ਦੌਲਤ ਦਾ ਜਿਹੜਾ ਖਲਾਰਾ ਹੈ ਨਾ, ਉਸੇ ਨੂੰ ਸਮੇਟਦਾ ਹੀ ਮਰ ਜਾਂਦਾ ਹੈ। ਇਹ ਉਲਝਾਏ ਜਿਹੜਾ ਇਹ ਨਹੀਂ ਨਿਬੜਿਆ। ਇਸ ਤਰ੍ਹਾਂ ਭਾਈ ਜਿੱਥੇ ਜਿੱਥੇ ਵੀ ਕਿਸੇ ਦਾ ਜਿਹੜਾ ਜਨਮ ਹੋਇਆ ਹੈ ਉੱਥੇ ਉੱਥੇ ਉਹ ਉਲਝ ਗਿਆ, ਭਾਵੇਂ ਉਹ ਗਰੀਬ ਹੈ ਤੇ ਭਾਵੇਂ ਅਮੀਰ ਹੈ। ਜਿਸ ਤਰ੍ਹਾਂ ਕਿਸੇ ਨੇ ਕਰਮ ਕੀਤੇ ਨੇ ਉਸ ਤਰ੍ਹਾਂ ਦੀ ਮਾਂ ਮਿਲ ਗਈ ਹੈ, ਉਸ ਤਰ੍ਹਾਂ ਦਾ ਘਰ ਪਰਿਵਾਰ ਮਿਲ ਗਿਆ ਹੈ। ਆਪਾਂ ਵੇਖਦੇ ਹਾਂ ਕਈ ਨੇ ਉਹ ਕੁਆਰੇ ਨੇ ਤੇ ਅਰਦਾਸਾਂ ਬੇਨਤੀਆਂ ਕਰਦੇ ਨੇ ਸਾਡਾ ਵਿਆਹ ਹੋ ਜਾਏ, ਤੇ ਕਈ ਵਿਆਹੇ ਨੇ ਜਿਹੜੇ ਉਹ ਅਰਦਾਸਾਂ ਬੇਨਤੀਆਂ ਕਰਦੇ ਨੇ ਵੀ ਇਹ ਮੇਰੇ ਗਲੋਂ ਲੈ ਜੇ। ਇਹ ਵੀ ਉਲਝਾਏ ਨਾ, ਇਸ ਤਰ੍ਹਾਂ ਉਲਝਿਆ। ਇੱਕ ਤਾਂ ਚਾਹੁੰਦਾ ਵੀ ਮੇਰਾ ਵਿਆਹ ਹੋ ਜੇ, ਮੈਨੂੰ ਮਿਲ ਜੇ, ਤੇ ਦੂਸਰਾ ਚਾਹੁੰਦਾ ਮੇਰੇ ਗਲੋਂ ਲੈ ਜੇ, ਮੇਰਾ ਤਲਾਕ ਹੋ ਜੇ, ਮੇਰੀ ਖਲਾਸੀ ਹੋ ਜੇ, ਮੈਂ ਛੁੱਟ ਜਾਵਾਂ ਇਹਦੇ ਤੋਂ। ਇਹ ਕੀ ਹੈ? ਉਲਝਾ ਹੀ ਨੇ ਨਾ। ਧੀ ਨਹੀਂ, ਪੁੱਤਰ ਨਹੀਂ, ਅਰਦਾਸਾਂ ਬੇਨਤੀਆਂ ਕਰਦੇ ਆ ਸਾਡੇ ਸੰਤਾਨ ਹੋ ਜੇ, ਸੰਤਾਨ ਹੋ ਗਈ, ਉਲਝ ਗਏ ਆ, ਫਿਰ ਉਹਨੂੰ ਪੜ੍ਹਾਇਆ, ਉਲਝ ਗਏ ਆ, ਫਿਰ ਅੱਗੇ ਭਾਈ ਇਸ ਤਰ੍ਹਾਂ ਉਲਝੇਵੇਂ ਜਿਹੜੇ ਨੇ, ਫਿਰ ਨੌਕਰੀ, ਫਿਰ ਉਹੀ ਚੱਕਰ, ਫਿਰ ਅੱਗੇ ਤੋਂ ਅੱਗੇ ਚੱਲੀ ਜਾਂਦਾ ਹੈ। ਇਹ ਸਾਰੇ ਉਲਝਾ ਨੇ। ਇਹ ਉਲਝਾ ਜਿਹੜੇ ਨੇ ਇਕੱਲੇ ਤੁਹਾਨੂੰ ਨਹੀਂ, ਸਾਨੂੰ ਬਾਬਿਆਂ ਨੂੰ ਵੀ ਨੇ। ਅਸੀਂ ਵੀ ਤੁਹਾਡੇ ਨਾਲ ਉਲਝੇ ਹਾਂ। ਅਸੀਂ ਕਿਵੇਂ ਉਲਝੇ ਹਾਂ? ਸਾਨੂੰ ਲੈ ਜਾਂਦੇ ਹੋ, ਬਾਬਾ ਜੀ ਅਰਦਾਸ ਕਰਨੀ ਹੈ, ਬਾਬਾ ਜੀ ਪਾਠ ਕਰਨਾ ਹੈ, ਬਾਬਾ ਜੀ ਬੇਨਤੀਆਂ ਕਰਨੀਆਂ ਨੇ। ਕਾਹਦੀਆਂ? ਤੇ ਕੱਲ ਕਲੇਸ਼ ਇਹੀ ਹੈ ਜਿਹੜਾ ਮੈਂ ਪਿੱਛੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ। ਉਵੇਂ ਭਾਈ ਸੁਲਝੇ ਅਸੀਂ ਵੀ ਨਹੀਂ, ਅਸੀਂ ਵੀ ਉਲਝੇ ਹੋਏ ਹਾਂ। ਪਰ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ, ਜੋ ਜੋ ਜੂਨੀ ਆਇਓ
ਜਿਹੜਾ ਵੀ ਜੂਨ ਦੇ ਵਿੱਚ ਆ ਗਿਆ ਤੇ ਉਲਝਾਇਓ, ਉਹ ਉੱਥੇ ਉਲਝ ਗਿਆ। ਪਰ ਇਹ ਮਨੁੱਖਾ ਜੀਵਨ ਹੈ ਜਿਹੜਾ, ਇਹ ਬੜੀ ਮੁਸ਼ਕਲ ਦੇ ਨਾਲ ਮਿਲਿਆ ਸੀ, ਬੜੇ ਸੰਯੋਗ ਦੇ ਨਾਲ, ਵੱਡੇ ਭਾਗਾਂ ਦੇ ਨਾਲ ਮਿਲਿਆ ਸੀ, ਤੇ ਇਹਦੇ ਤੋਂ ਲਾਹ ਨਹੀਂ ਲਿਆ ਗਿਆ ਹੈ ਜੀ। ਤਾਕੀ ਹੈ ਓਟ ਸਾਧ ਰੱਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਇਸ ਤੁਕ ਦੇ ਵਿੱਚ ਨਾ ਮਨੁੱਖ ਦੇ ਕੋਲੇ ਆਸਰਾ ਹੋਵੇ ਤੇ ਹੋ ਸਕਦਾ ਉਹਦਾ ਉਲਝਾਏ ਜਿਹੜਾ ਉਹ ਨਿਬੜ ਜਾਵੇ, ਤਾਂ ਕਿ ਗੁਰੂ ਜੀ ਰਹਿਮਤ ਕਰਦੇ ਨੇ ਤਾਕੀ ਦਾ ਅਰਥ ਹੁੰਦਾ ਤੱਕਣਾ ਕੀਤੀ ਏ ਅਸੀਂ, ਹੈ ਓਟ, ਹੈ ਵਾਹਿਗੁਰੂ ਜੀ ਅਸੀਂ ਓਟ ਲੈਣੀ ਕੀਤੀ ਏ ਕਿੰਦੀ ਸਾਧ ਦੀ, ਜਿਹੜਾ ਨਹੀਂ ਉਲਝਿਆ। ਸਾਧ ਦਾ ਅਰਥ ਆਪਾਂ ਕਰਦੇ ਆ ਨਾ, ਜਿਨੇ ਸਾਧਨਾ ਕਰਕੇ ਮਨ ਨੂੰ ਸਾਧਿਆ ਏ, ਜਿਨੇ ਆਪਣੇ ਮਨ ਨੂੰ ਹਾਲੀ ਕੱਢ ਲਿਆ ਨਾਮ ਜਪਣ ਦੇ ਵਿੱਚ, ਸਿਮਰਨ ਕਰਨ ਦੇ ਵਿੱਚ, ਉਹ ਨਹੀਂ ਉਲਝਿਆ। ਜਿਹੜਾ ਨਹੀਂ ਉਲਝਿਆ ਉਹਦੇ ਨਾਲ ਜੇ ਅਸੀਂ ਜੁੜ ਜਾਵਾਂਗੇ ਤੇ ਅਸੀਂ ਵੀ ਸੁਲਝ ਜਾਵਾਂਗੇ, ਅਸੀਂ ਉਲਝੇ ਨਹੀਂ ਰਵਾਂਗੇ। ਤਾਂ ਕਰਕੇ ਗੁਰੂ ਜੀ ਰਹਿਮਤ ਕਰਦੇ ਨੇ ਅਸੀਂ ਓਟ ਤੱਕਣਾ ਕੀਤੀ ਉਸ ਸਾਧੂ ਦੀ ਜਿਸ ਨੇ ਮਨ ਦੀ ਸਾਧਨਾ ਕੀਤੀ ਹੋਈ ਹੈ। ਰੱਖੋ ਦੇ ਕਰ ਹੱਥ, ਤੇ ਬੇਨਤੀ ਕਰਦੇ ਆ ਸਾਨੂੰ ਵੀ ਨਾਲ ਰੱਖ ਲਾ ਹੱਥ ਦੇ ਕੇ, ਬਚਾਲਾ ਇਸ ਉਲਝਾ ਤੋਂ, ਕਰ ਕਿਰਪਾ ਮੇਲੋ ਹਰ ਰਾਇਆ, ਕਿਰਪਾ ਹੋ ਜਾਵੇ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਇਹੋ ਜਿਹਾ ਸਾਧੂ ਸਾਨੂੰ ਮਿਲ ਜੇ, ਸਾਧੂ ਨਹੀਂ ਮਿਲਦਾ। ਤਾਕੀ ਹੈ ਓਟ, ਅਸੀਂ ਓਟ ਲਈਏ ਕਿੰਦੀ ਸਾਧ ਦੀ, ਤੇ ਹੁਣ ਸਾਧ ਨਹੀਂ ਮਿਲਦਾ। ਸਾਧ ਕਿਉਂ ਨਹੀਂ ਮਿਲਦਾ? ਸਾਧ ਵਿਚਾਰੇ ਤਾਂ ਆਪ ਉਲਝੇ ਨੇ, ਕੋਈ ਗੱਦੀ ਪਿੱਛੇ ਉਲਝਿਆ, ਕੋਈ ਮਾਇਆ ਪਿੱਛੇ ਉਲਝਿਆ, ਕੋਈ ਕਿਸੇ ਹੋਰ ਧੰਦੇ ਪਿੱਛੇ ਉਲਝਿਆ। ਇਹ ਸਾਰੇ ਦੇ ਸਾਰੇ ਆਪ ਉਲਝੇ ਨੇ, ਤੇ ਸਾਨੂੰ ਕੀ ਸੁਲਝਾਣਗੇ? ਬਸ ਇੱਕ ਮੋਹਰ ਲੱਗੀ ਰਹਿ ਗਈ ਹੈ ਵੀ ਇਹ ਸਾਧੂ ਹੈ, ਸਾਧੂ ਹੈ ਨਹੀਂ। ਜੇ ਸਾਧੂ ਹੁੰਦਾ ਤੇ ਫਿਰ ਇਹਨੇ ਉਲਝਾਵਿਆਂ 'ਚ ਕਿਉਂ ਪੈਣਾ ਸੀ, ਉਲਝਣਾ ਕਿਉਂ ਸੀ? ਤਾਕੀ ਹੈ ਓਟ ਸਾਧ, ਅਸੀਂ ਸਾਧੂ ਦੀ ਓਟ ਤੱਕੀ ਹੈ। ਰੱਖੋ ਦੇ ਕਰ ਹੱਥ, ਤੇ ਸਾਡੀ ਰੱਖਿਆ ਕਰੋ ਹੱਥ ਦੇ ਕੇ। ਕਰ ਕਿਰਪਾ ਮੇਲੋ ਹਰ ਰਾਇਆ ਹੈ, ਵਾਹਿਗੁਰੂ ਕਿਰਪਾ ਕਰੀ ਸਾਧੂ ਮਿਲ ਜਾਵੇ, ਤੇ ਸਾਧੂ ਦੇ ਨਾਲ ਇਹ ਜਿਹੜੀ ਉਲਝਣ ਨੇ ਇਹ ਸੁਲਝ ਸਕਦੀ ਹੈ ਜੀ। ਅਨਕ ਜਨਮ ਭ੍ਰਮ ਥਿਤ ਨਹੀਂ ਪਾਈ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪਿੱਛੇ ਪਤਾ ਨਹੀਂ ਕਿੰਨੇ ਕੁ ਜਨਮ ਬਿਨਾਂ ਸਾਧੂ ਮਿਲੇ ਤੋਂ ਭਰਮਦਿਆਂ ਨੇ ਨਾ, ਕਿਤੇ ਆਸਰਾ ਨਹੀਂ ਮਿਲਿਆ। ਥਿਤ ਦਾ ਅਰਥ ਹੁੰਦਾ ਆਸਰਾ ਮਿਲ ਜਾਣਾ। ਥਿਤ ਨਹੀਂ ਪਾਈ, ਸਾਨੂੰ ਆਸਰਾ ਨਹੀਂ ਮਿਲਿਆ, ਅਸੀਂ ਟਿਕਾਓ ਦੇ ਵਿੱਚ ਨਹੀਂ ਆਏ, ਟਿਕੇ ਨਹੀਂ, ਟਿਕਿਆ ਨਹੀਂ ਗਿਆ। ਮਨ ਜਿਹੜਾ ਹੈ ਇਹ ਨਾਮ ਦੇ ਨਾਲ ਨਹੀਂ ਜੁੜਿਆ, ਮਨ ਨਾਮ ਦੇ ਵਿੱਚ ਨਹੀਂ ਟਿਕਿਆ, ਤੇ ਇਸ ਕਰਕੇ ਪਿੱਛੇ ਪਤਾ ਨਹੀਂ ਕਿੰਨੇ ਕੁ ਜਨਮ ਨੇ ਜਿਹੜੇ ਉਹ ਜੰਮਣਾ ਮਰਨਾ ਕੀਤਾ ਹੈ ਜੀ। ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦੇਹੁ ਬਤਾਈ। ਧੰਨ ਗੁਰੂ ਜੀ ਇਸ ਤੁਕ ਦੇ ਵਿੱਚ ਕਿਰਪਾ ਕਰ ਰਹੇ ਨੇ, ਕਰੋ ਸੇਵਾ ਗੁਰ ਲਾਗੋ ਚਰਨ, ਗੁਰੂ ਮਹਾਰਾਜ ਜੀ ਦੀ ਸੇਵਾ ਕਰੋ ਤੇ ਗੁਰੂ ਦੇ ਚਰਨਾਂ ਦੇ ਨਾਲ ਲੱਗੋ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਤੇ ਗੁਰੂ ਨੂੰ ਇਹ ਆਖੀਏ ਵੀ ਇਹ ਸੱਚੇ ਸਤਿਗੁਰ ਮੈਨੂੰ ਰੱਬ ਵਾਲਾ ਰਸਤਾ ਦੱਸ। ਗ੍ਰਸਤ ਵਾਲੇ ਜਿਹੜੇ ਰਸਤੇ ਨੇ ਨਾ ਉਹ ਤਾਂ ਮੈਨੂੰ ਆਉਂਦੇ ਨੇ, ਧੰਦਾ ਕਰਨ ਵਾਲੇ, ਮਾਇਆ ਕਮਾਉਣ ਵਾਲੇ ਜਿਹੜੇ ਰਸਤੇ ਨੇ ਨਾ ਉਹ ਤਾਂ ਮੈਂ ਸਾਰੇ ਹੀ ਜਾਣਦਾ, ਬਸ ਆਹ ਰਸਤਾ ਨਹੀਂ ਉਹ ਮੈਨੂੰ ਪਤਾ, ਤੂੰ ਕਿਰਪਾ ਕਰ ਮੈਨੂੰ ਇਹ ਰਸਤਾ ਦੱਸਣਾ ਕਰ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਕਰੋ ਸੇਵਾ ਗੁਰੂ ਦੀ ਸੇਵਾ ਕਰੋ, ਗੁਰ ਲਾਗੋ ਚਰਨ, ਤੇ ਗੁਰੂ ਦੇ ਚਰਨਾਂ ਦੇ ਨਾਲ ਹੀ ਲੱਗੋ। ਇਹ ਗੁਰੂ ਸ਼ਬਦ ਦੋਵੇਂ ਪਾਸੇ ਵਰਤਣਾ ਅਰਥ ਦੇ ਲਈ। ਕਰੋ ਸੇਵਾ ਗੁਰੂ ਦੀ ਸੇਵਾ ਕਰੋ, ਗੁਰ ਲਾਗੋ ਚਰਨ, ਤੇ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹੋ। ਤੇ ਗੁਰੂ ਦੀ ਸੇਵਾ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਫਿਰ ਗੁਰੂ ਨੂੰ ਆਖਣਾ ਕੀ ਏ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ ਹੈ। ਸੱਚੇ ਸਤਿਗੁਰ ਕਿਰਪਾ ਕਰੋ, ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਰਸਤਾ ਹੈ ਨਾ ਉਹ ਸਾਨੂੰ ਵਿਖਾਣਾ ਕਰ। ਹੁਣ ਇੱਥੇ ਮੈਂ ਇੱਕ ਨਿੱਕੀ ਜੀ ਬੇਨਤੀ ਹੋਰ ਕਰਦੇ ਆ, ਕਿਤੇ ਇਹ ਨਾ ਸਮਝਿਓ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹ ਦੱਸਣਗੇ ਵੀ ਇੱਥੋਂ ਬਾਹਰ ਨਿਕਲ ਕੇ ਨਾ ਜਿਹੜੀ ਇੱਧਰ ਨੂੰ ਸੜਕ ਜਾਂਦੀ ਉਹ ਸੜਕ ਤੁਰ ਪਾ ਤੇ ਅੱਗੇ ਰੱਬ ਮਿਲ ਗਏ। ਇਸ ਤਰ੍ਹਾਂ ਨਹੀਂ ਮਿਲਦਾ। ਕਿਉਂ? ਇਹ ਰਸਤੇ ਨੇ ਜਿਹੜੇ ਸਰੀਰ ਦੇ ਰਸਤੇ ਨੇ, ਤੇ ਉਹ ਪਰਮਾਤਮਾ ਸਰੀਰ ਦਾ ਵਿਸ਼ਾ ਹੀ ਨਹੀਂ ਹੈਗਾ, ਉਹ ਸਬਜੈਕਟ ਹੀ ਨਹੀਂ ਹੈਗਾ। ਪਰਮਾਤਮਾ ਦਾ ਜਿਹੜਾ ਮੇਲ ਹੈ ਉਹ ਇਸ ਸਰੀਰ ਦੇ ਨਾਲ ਕੋਈ ਸੰਬੰਧ ਹੀ ਨਹੀਂ, ਸਰੀਰ ਦਾ ਵਿਸ਼ਾ ਹੀ ਨਹੀਂ, ਵਿਸ਼ਾ ਹੀ ਉਹ ਮੰਨਦਾ ਹੈ। ਤੇ ਮਨ ਜਿਹੜਾ ਇਹ ਗੁਰੂ ਮਾਰਗ ਤੇ ਤੁਰ ਸਕਦਾ ਹੈ। ਤੇ ਮਨ ਦਾ ਤੁਰਨਾ ਕੀ ਹੈ? ਜਿਵੇਂ ਜਿਵੇਂ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਉਵੇਂ ਉਵੇਂ ਮਨ ਜਿਹੜਾ ਗੁਰੂ ਮਾਰਗ ਤੇ ਤੁਰਦਾ ਹੈ। ਇੱਥੇ ਇੱਕ ਹੋਰ ਗੱਲ ਵੀ ਯਾਦ ਰੱਖਣੀ, ਜਿਵੇਂ ਅਸੀਂ
ਆ ਇੱਥੋਂ ਨਿਕਲੇ ਬਾਹਰ, ਉੱਥੋਂ ਸੜਕ ਤੱਕ ਗੇੜਾ ਕੱਢਿਆ, ਫੇਰ ਆ ਗਏ, ਫੇਰ ਉੱਥੇ ਗਏ ਚਲੇ, ਫੇਰ ਆ ਗਏ, ਫੇਰ ਉੱਥੇ ਗਏ ਚਲੇ। ਇੱਥੇ 20 ਕੁ ਗੇੜੇ ਤਾਂ ਮੈਂ ਹੀ ਕੱਢ ਦਿੰਦਾ ਸਵੇਰੇ ਸਵੇਰੇ ਜਾਂ ਸ਼ਾਮ ਨੂੰ ਜਦੋਂ ਟਾਈਮ ਮਿਲਦਾ। ਤੇ ਵੇਖੋ ਮੈਂ ਜਾਂਦਾ ਕਿਤੇ ਆ, ਕਿਤੇ ਨਹੀਂ ਜਾਂਦਾ, ਗੁਰੂ ਘਰ ਹੀ ਆ। ਗੇੜੇ ਇੱਥੇ ਮੈਂ ਬੜੇ ਤੁਰਿਆ ਬਹੁਤ ਆ, ਤੁਰਨ ਦੇ ਵਿੱਚ ਕਮੀ ਨਹੀਂ ਛੱਡੀ ਹੈਗੀ, ਪਰ ਗਿਆ ਕਿਤੇ ਨਹੀਂ। ਕਿਉਂ ਨਹੀਂ ਗਿਆ? ਜਿੰਨਾ ਕੋ ਅੱਗੇ ਗਿਆ ਸੀ ਉਹਨਾਂ ਕੋ ਮੋੜ ਆਇਆ, ਜਿੰਨਾ ਕੋ ਅੱਗੇ ਗਿਆ ਸੀ ਉਹਨਾਂ ਕੋ ਮੋੜ ਆਇਆ। ਤੇ ਹੁਣ ਮਾਣੇ ਜਿਹੜਾ ਇਹ ਵੀ ਅੱਗੇ ਜਾਂਦਾ ਫਿਰ ਮੋੜ ਆਉਂਦਾ, ਅੱਗੇ ਜਾਂਦਾ ਫਿਰ ਮੋੜ ਆਉਂਦਾ। ਕਿਵੇਂ ਜਾਂਦਾ? ਅੰਮ੍ਰਿਤ ਵੇਲੇ ਉੱਠਿਆ, ਇਸ਼ਨਾਨ ਕੀਤਾ, ਚੌਂਕੜਾ ਮਾਰਿਆ, ਸਿਮਰਨ ਦੇ ਵਿੱਚ ਮਨ ਲਾ ਲਏ, ਸਿਮਰਨ ਕੀਤਾ, ਜਿਵੇਂ ਤਿਵੇਂ ਕਰਕੇ ਇਹਨੂੰ ਵਸ ਦੇ ਵਿੱਚ ਕਰਨ ਦਾ ਯਤਨ ਕੀਤਾ ਹੈ। ਉਤਨੇ ਨੂੰ ਦਿਨ ਦੇ ਚੜਾ ਹੋ ਗਿਆ, ਕਥਾ ਵਾਰਤਾ ਦਾ ਸਮਾਂ ਹੋ ਗਿਆ, ਗੁਰੂ ਘਰ ਆ ਗਏ ਆ। ਗੁਰੂ ਘਰ ਆਣ ਕੇ ਗੁਰੂ ਦੇ ਚਰਨਾਂ ਦੇ ਵਿੱਚ ਸਤ ਸੰਗਤ 'ਚ ਬਹਿ ਕੇ ਗੁਰੂ ਦਾ ਉਪਦੇਸ਼ ਵੀ ਸੁਣਿਆ। ਬਸ ਫਿਰ ਬਾਹਰ ਨਿਕਲਣ ਦੀ ਦੇਰ ਹੈ। ਉਸ ਤੋਂ ਬਾਅਦ ਫਿਰ ਉਹੀ ਨਿੰਦਿਆ, ਉਹੀ ਚੁਗਲੀ, ਉਹੀ ਰੋਜ਼ ਵਾਲੀਆਂ ਗੱਲਾਂ, ਉਹੀ ਵਕਾਰ ਭਾਵਨਾ, ਸਾਰਾ ਕੁਝ ਉਹ ਜਿੰਨਾ ਕੁ ਤੁਰੇ ਸੀ ਨਾ ਉਹਨਾਂ ਕੋ ਪੁੱਠਾ ਮੁੜ ਆਏ ਆ। ਗੁੱਸਾ ਨਾ ਕਰਿਓ, ਮੈਂ ਵੀ ਤੁਹਾਡੇ ਵਰਗੇ ਹੀ ਹਾਂ। ਮੈਂ ਪਹਿਲਾਂ ਆਪਣੀ ਗੱਲ ਕਰ ਲਈਏ। ਇੱਕ ਤਾਂ ਆਹ ਬੜਾ ਵੱਡਾ ਰੋਗ ਹੈ, ਅਸੀਂ ਗੱਲ ਨੂੰ ਸਮਝਣ ਦੀ ਬਜਾਏ ਨਾ ਉਸ ਗੱਲ ਤੇ ਗੁੱਸਾ ਕਰ ਦਿੰਨੇ ਆ। ਇਹ ਨਹੀਂ ਹੁੰਦਾ। ਮੈਂ ਵੀ ਤੁਹਾਡੇ ਵਰਗਾ ਹੀ ਆ, ਮੈਂ ਕੋਈ ਬਾਹਰੋਂ ਨਹੀਂ ਆਇਆ, ਨਾ ਕੋਈ ਬਾਹਰੋਂ ਜੰਮਿਆ। ਤੁਹਾਡੇ ਤਰ੍ਹਾਂ ਆਣ ਬਾਟ ਕਾਹੇ ਨਹੀਂ ਆਇਆ। ਭਗਤ ਕਬੀਰ ਜੀ ਨੇ ਖੁਲਾਸਾ ਕਰ ਦਿੱਤਾ ਸੀ ਨਾ, ਜਦੋਂ ਇੱਕ ਪੰਡਤ ਨੇ ਕਿਹਾ ਵੀ ਮੈਂ ਪੰਡਤ ਹਾਂ ਤੇ ਤੂੰ ਜਿਹੜਾ ਹੈ ਨਾ ਤੂੰ ਮੈਨੂੰ ਮੱਥਾ ਟੇਕ। ਤੇ ਭਗਤ ਜੀ ਕਹਿੰਦੇ ਜੇ ਤੂੰ ਪੰਡਤ ਤੇ ਆਣ ਬਾਟ ਕਾਹੇ ਨਹੀਂ ਆਇਆ? ਜਿਵੇਂ ਮੈਂ ਮਾਂ ਚੋਂ ਜਨਮ ਲਿਆ ਉਵੇਂ ਤੂੰ ਜਨਮ ਲਿਆ, ਤੂੰ ਹੋਰ ਰਸਤੇ ਕਿਉਂ ਨਹੀਂ ਆਇਆ? ਫਿਰ ਉਵੇਂ ਜਿਵੇਂ ਆਪਣੇ ਸਾਰਿਆਂ ਦਾ ਆਉਣ ਦਾ ਇੱਕੋ ਹੀ ਰਸਤਾ ਹੈ, ਇੱਕੋ ਜਿਹੀ ਆਪਾਂ ਸਾਰੇ ਤਕਰੀਬਨ ਹੈਗੇ ਆ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਕਿਰਪਾ ਕਰਦੇ ਨੇ, ਕਰੋ ਸੇਵਾ, ਸੇਵਾ ਕਰੋ, ਗੁਰ ਲਾਗੋ ਚਰਨ, ਤੇ ਸੇਵਾ ਕਰੋ ਗੁਰੂ ਦੀ, ਤੇ ਗੁਰੂ ਦੇ ਚਰਨਾਂ ਦੇ ਨਾਲ ਲੱਗਣਾ ਕਰੋ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਸਾਨੂੰ ਇਹ ਦੱਸ ਵੀ ਸਾਡਾ ਮਨ ਹੈ ਨਾ ਜਿਹੜਾ ਇਹ ਗੁਰੂ ਮਾਰਗ ਤੇ ਕਿਵੇਂ ਤੁਰੇ। ਤੇ ਗੁਰੂ ਮਾਰਗ ਤੇ ਜਿਹੜਾ ਮਨ ਦਾ ਤੁਰਨਾ ਹੈ ਇਹ ਸਿਮਰਨ ਦੇ ਨਾਲ ਤੁਰਨਾ ਹੈ। ਜਿੰਨਾ ਜਿੰਨਾ ਅਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਜਾਵਾਂਗੇ ਉਨਾ ਤੁਰਦੇ ਜਾਵਾਂਗੇ। ਪਰ ਖਿਆਲ ਰੱਖਿਓ ਜਿਹੜਾ ਸਵੇਰੇ ਤੁਰੇ ਆ ਨਾ, ਕਿਤੇ ਦੁਪਹਿਰ ਵੇਲੇ ਨੂੰ ਉਹਨੇ ਪੁੱਠੇ ਨਾ ਮੋੜਾਈਏ, ਇਹ ਵੀ ਧਿਆਨ ਰੱਖਣਾ ਹੁੰਦਾ ਹੈ ਜੀ। ਅਨਕ ਉਪਾਵ ਕਰੋ, ਮਾਇਆ ਕੋ ਬਚਿਤ ਧਰੋ, ਮੇਰੀ ਮੇਰੀ ਕਰਤ ਸਦ ਹੀ ਵਿਹਾਵੈ। ਵਿਸ਼ਰਾਮ ਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅੱਗੇ ਸਾਨੂੰ ਦੱਸਦੇ ਨੇ ਇਹ ਮਨ ਜਿਹੜਾ ਹੈ ਨਾ ਇਹ ਪੁੱਠਾ ਮੁੜਦਾ। ਕਿਵੇਂ ਮੁੜਦਾ? ਅਨਕ ਉਪਾਵ ਕਰੋ, ਬੜਾ ਜ਼ੋਰ ਲਾਈਦਾ ਹੈ, ਬੜੇ ਯਤਨ ਕਰੀਦੇ ਨੇ ਵੀ ਇਹ ਮਨ ਨਾ ਜਿਹੜਾ ਇਹ ਸਿਮਰਨ ਦੇ ਵਿੱਚ ਲੱਗੇ। ਮਾਇਆ ਕੋ ਬਚਿਤ ਧਰੋ, ਪਰ ਕਰੀਏ ਕਿ ਮਨ ਜਿਹੜਾ ਇਹ ਮਾਇਆ ਦੇ ਜਿਹੜੇ ਚਿੱਤਰ ਨੇ ਨਾ ਉਹਨਾਂ ਨੂੰ ਫਿਰ ਅੰਦਰ ਧਿਆਨ ਕਰਦਾ ਵੀ ਇਧਰੋਂ ਵੀ ਇਸ ਤਰੀਕੇ ਨਾਲ ਮਾਇਆ ਆਵੇਗੀ, ਇਧਰੋਂ ਆ ਛਲ ਕਪਟ ਕੀਤਿਆਂ, ਇਧਰੋਂ ਇਸ ਤਰ੍ਹਾਂ ਕੀਤਿਆਂ ਮਾਇਆ ਆਵੇਗੀ। ਮਨ ਜਿਹੜਾ ਇਹ ਸਿਮਰਨ ਨੂੰ ਛੱਡ ਕੇ ਫਿਰ ਮਾਇਆ ਦੇ ਵਾਲੇ ਪਾਸੇ ਆ ਜਾਂਦਾ। ਕਰੀਏ ਕੀ? ਅਣਕੋ ਭਾਵ ਕਰੋ, ਬੜੇ ਯਤਨ ਕਰੀਦੇ ਨੇ, ਬੜੇ ਉਪਾਅ ਕਰੀਦੇ ਨੇ। ਮਾਇਆ ਕੋ ਬਚਿਤ ਧਰੋ, ਤੇ ਮਨ ਜਿਹੜਾ ਇਹ ਪੁੱਠਾ ਮੁੜ ਆਉਂਦਾ, ਇਹ ਨਹੀਂ ਚੜ੍ਹਦਾ। ਪਾਣੀ ਨੂੰ ਛੱਤ ਤੇ ਚੜਾਉਣਾ ਹੋਵੇ ਤੇ ਐਵੇਂ ਨਹੀਂ ਚੜ੍ਹਦਾ, ਪ੍ਰੈਸ਼ਰ ਬਣਾਉਣਾ ਪਏਗਾ। ਉਹ ਭਾਵੇਂ ਅਸੀਂ ਕਿਸੇ ਤਰੀਕੇ ਦੇ ਨਾਲ ਬਣਾਈਏ, ਪੰਪਿੰਗ ਕਰਨੀ ਪਏਗੀ, ਪ੍ਰੈਸ਼ਰ ਬਣਾਉਣਾ ਪਏਗਾ। ਤੇ ਪਾਣੀ ਵੇਖੋ ਕਿਤਨੇ ਯਤਨ ਦੇ ਨਾਲ ਛੱਤ ਤੇ ਚੜ੍ਹੇਗਾ। ਹੁਣ ਜਿੰਨੀ ਉੱਚੀ ਛੱਤ ਹੋਏਗੀ ਨਾ, 2 ਮੰਜ਼ਿਲਾ 3 ਮੰਜ਼ਿਲਾ 4 ਮੰਜ਼ਿਲਾ, ਉਤਨਾ ਹੀ ਜ਼ਿਆਦਾ ਪੰਪ ਦਾ ਜ਼ੋਰ ਲੱਗੇਗਾ। ਮਸ਼ੀਨਰੀ ਹੈ ਜਿਹੜੀ ਉਹਦਾ ਉਤਨਾ ਹੀ ਜ਼ਿਆਦਾ ਜ਼ੋਰ ਲੱਗੇਗਾ, ਫਿਰ ਪਾਣੀ ਚੜ੍ਹੇਗਾ। ਤੇ ਜੇ ਉੱਥੋਂ ਥੱਲੇ ਲਾਣਾ ਹੋਵੇ ਤੇ ਟੂਟੀ ਖੋਲਣ ਦੀ ਦੇਰ ਆਪੀ ਟੈਂਕੀਆਂ ਚੋਂ ਥੱਲੇ ਆ ਜਾਂਦਾ ਹੈ। ਫਿਰ ਕੁਝ ਵੀ ਨਹੀਂ ਕਰਨਾ ਪੈਂਦਾ। ਬਸ ਇਹੀ ਹਾਲਤ ਹੈ ਜਿਹੜੀ ਇਹ ਮੰਨਦੀ ਏ। ਇਹਨੇ ਜਦੋਂ ਪਰਮਾਤਮਾ ਵਾਲੇ ਪਾਸੇ ਤੁਰਨਾ ਨਾ, ਉਦੋਂ ਬੜਾ ਜ਼ੋਰ ਲੱਗਦਾ ਹੈ। ਉਦੋਂ ਬੜਾ ਜ਼ੋਰ ਲੱਗਦਾ ਜਦੋਂ ਰੱਬ ਵਾਲੇ ਪਾਸੇ ਤੁਰਨਾ। ਤੇ ਜਦੋਂ ਕਿਸੇ ਹੋਰ ਪਾਸੇ ਥੱਲੇ ਗਿਰਾਵਟ ਵਾਲੇ ਪਾਸੇ ਆਉਣਾ ਹੈ ਤੇ ਫਿਰ ਉਹਦੀ ਤਾਂ ਟੂਟੀ ਖੋਲਣੀ ਪੈਂਦੀ ਹੈ। ਤੇ ਇਹਦੀ ਨਕੰਮੇ ਦੀ ਟੂਟੀ ਵੀ ਆਪ ਹੀ ਖੋਲ ਲੈਂਦਾ। ਫਿਰ ਆਪ ਹੀ ਟੂਟੀ ਖੋਲ ਕੇ ਤੇ ਬਾਹਰ ਨੂੰ ਪਤਾ ਨਹੀਂ ਕਿੱਧਰ ਸਰੀਰ ਦੇ ਵਿੱਚੋਂ ਭੱਜ ਜਾਂਦਾ। ਇਸ ਤਰ੍ਹਾਂ ਗੁਰੂ ਜੀ ਰਹਿਮਤ ਕਰਦੇ ਨੇ। ਅਣਕੋ ਭਾਵ ਕਰੋ, ਜਦੋਂ ਮਨ ਨੂੰ ਦਸਮ ਦਵਾਰ ਦੇ ਵਿੱਚ ਲੈ ਕੇ ਜਾਣਾ ਤੇ ਬੜਾ ਯਤਨ ਕਰਨਾ ਪੈਂਦਾ ਹੈ। ਨਹੀਂ ਜਾਂਦਾ ਕਿਉਂ ਨਹੀਂ? ਮਾਇਆ ਕੋ ਬਚਿਤ ਧਰੋ, ਇਹ ਮਾਇਆ ਨੂੰ ਚੰਬੜ ਜਾਂਦਾ, ਮਾਇਆ ਵਾਲੇ ਪਾਸੇ ਹੋ ਜਾਂਦਾ। ਮਾਇਆ ਦੇ ਚਿੱਤਰ ਜਿਹੜੇ ਨੇ ਨਾ ਉਹ ਅੰਦਰ ਬਣਨ ਲੱਗ ਜਾਂਦੇ ਨੇ। ਮੇਰੀ ਕਰਤ ਸਦ ਹੀ ਵਿਹਾਵੇ, ਆ ਵੀ ਮੇਰੀ ਬਣ ਜੇ, ਉਹ ਵੀ ਮੇਰੀ ਬਣ ਜੇ। ਇਸ ਤਰ੍ਹਾਂ ਮੇਰੀ ਕਰਦਾ ਹੋਇਆ
ਇਹ ਜੀਵਨ ਹੈ ਜਿਹੜਾ ਇਹਨੂੰ ਵਿਅਰਥ ਦੇ ਵਿੱਚ ਗਵਾ ਜਾਂਦਾ, ਉਮਰ ਬਤੀਤ ਹੋ ਜਾਂਦੀ ਹੈ ਜੀ। ਕੋਈ ਐਸੋ ਰੇ ਭੇਟੈ ਸੰਤ, ਮੇਰੀ ਲਾਹੈ ਸਗਲ ਚਿੰਤ, ਠਾਕੁਰ ਸਿਓ ਮੇਰਾ ਰੰਗ ਲਾਵੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਨੂੰ ਤਾਂ ਇੱਕੋ ਹੀ ਚਿੰਤਾ ਹੈ, ਇੱਕੋ ਹੀ ਫਿਕਰ ਹੈ। ਉਹ ਕਿਹੜਾ? ਉਹ ਚਿੰਤਾ ਕਿਹੜੀ ਹੈ? ਉਹ ਫਿਕਰ ਕਿਹੜਾ ਹੈ? ਉਹ ਇਹੀ ਹੈ ਵੀ ਮੇਰਾ ਮਨ ਇਹਨਾਂ ਜਿਹੜਾ ਇਹਨੂੰ ਪਰਮਾਤਮਾ ਦਾ ਪ੍ਰੇਮ ਬਣ ਜਾਵੇ, ਇਹਨੂੰ ਵਾਹਿਗੁਰੂ ਦੀ ਖਿੱਚ ਬਣ ਜਾਵੇ, ਇਹ ਵਾਹਿਗੁਰੂ ਵਾਲੇ ਪਾਸੇ ਜਾਣ ਲੱਗ ਜੇ, ਤੁਰਨ ਲੱਗ ਜੇ। ਇਹ ਸਾਨੂੰ ਚਿੰਤਾ, ਇਹ ਸਾਨੂੰ ਫਿਕਰ ਹੈ। ਤੇ ਇਹ ਲਊਗੀ ਕਿਵੇਂ? ਕੋਈ ਐਸੋ ਰੇ ਭੇਟੇ ਸੰਤ, ਕੋਈ ਇਸ ਤਰ੍ਹਾਂ ਦਾ ਸੰਤ ਹੋਵੇ ਜਿੰਦੀ ਆਪਦੀ ਚਿੰਤਾ ਲੱਥੀ ਹੋਵੇ, ਕੇਵਲ ਨਾਮ ਦਾ ਸੰਤ ਨਾ ਹੋਵੇ, ਕੋਈ ਇਸ ਤਰ੍ਹਾਂ ਦਾ ਸੰਤ ਹੋਵੇ ਜਿੰਦੀ ਆਪਦੀ ਚਿੰਤਾ ਲੱਥੀ ਹੋਵੇ। ਤੇ ਸੰਤ ਦੀ ਨਿਸ਼ਾਨੀ ਕੀ ਹੁੰਦੀ ਏ? ਉਹਨੂੰ ਇਹ ਪੁੱਛ ਲਓ ਵੀ ਤੇਰਾ ਪਿਛਲਾ ਜਨਮ ਕਿੱਥੇ ਹੋਇਆ ਸੀ। ਜੇ ਤਾਂ ਉਹਨੂੰ ਆਪਣੇ ਪਿਛਲੇ ਜਨਮ ਦਾ ਗਿਆਨ ਹੈ, ਆਪਣੇ ਪਿਛਲੇ ਜਨਮਾਂ ਦੀ ਸੋਝੀ ਹੈ, ਉਹ ਦੱਸ ਦੇਗਾ ਤੇ ਸੰਤ ਹੈ, ਨਹੀਂ ਤਾਂ ਉਹ ਸੰਤ ਨਹੀਂ ਹੈਗਾ, ਪਖੰਡੀ ਹੈ। ਸੋ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕੋਈ ਐਸੋ ਰੇ ਭੇਟੇ ਸੰਤ, ਕੋਈ ਇਸ ਤਰ੍ਹਾਂ ਦਾ ਸੰਤ ਹੋਵੇ ਸਾਨੂੰ ਮਿਲ ਜਾਵੇ। ਭੇਟੇ ਦਾ ਅਰਥ ਹੈ ਮਿਲਣਾ। ਇਸ ਤਰ੍ਹਾਂ ਦਾ ਕੋਈ ਸੰਤ ਮਹਾਂਪੁਰਸ਼ ਸਾਨੂੰ ਮਿਲ ਜਾਵੇ, ਮੇਰੀ ਲਾਹੇ ਸਗਲ ਚਿੰਤ, ਸਾਡਾ ਇਹ ਫਿਕਰ, ਇਹ ਚਿੰਤਾ ਜਿਹੜੀ ਹੈ ਇਹ ਲੈ ਜਾਵੇ। ਤੇ ਫਿਕਰ ਤੇ ਚਿੰਤਾ ਕਾਹਦੀ ਏ? ਠਾਕਰ ਸੋ ਮੇਰਾ ਰੰਗ ਲਾਵੇ, ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਰੇ ਮਨ ਦੀ ਪ੍ਰੀਤ ਬਣ ਜਾਵੇ ਜੀ। ਪੜੇ ਸਗਲ ਵੇਦ, ਨਹਿ ਚੁਕੈ ਮਨ ਭੇਦ, ਇੱਕ ਖਿਨ ਨਾ ਧੀਰਹਿ ਮੇਰੇ ਘਰ ਕੇ ਪੰਚਾ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਰੇ ਵੇਦ ਵੀ ਪੜ੍ਹ ਕੇ ਵੇਖ ਲੈਨੇ। ਪੜ੍ਹੇ ਰੇ ਸਗਲ ਵੇਦ, ਜਿੰਨੇ ਵੀ ਵੇਦ ਨੇ ਸਾਰੇ ਪੜ੍ਹ ਕੇ ਵੇਖ ਲੈਨੇ। ਨਹਿ ਚੁਕੇ ਮਨ ਕੇ ਭੇਦ, ਮਨ ਦੇ ਭੇਦ ਹੀ ਨਹੀਂ ਖੁੱਲੇ। 16 ਭੇਦ ਤਾਂ ਇੱਕ ਦਿਨ ਦਾਸ ਨੇ 16 ਅਵਸਥਾ ਦੀ ਗੱਲ ਕੀਤੀ ਸੀ, ਉਹਦੇ ਚੋਂ 4 ਦੱਸੀਆਂ ਸੀ। ਅੱਗੇ ਫਿਰ ਨਹੀਂ ਤੁਰਿਆ। ਕਿਉਂ ਨਹੀਂ ਤੁਰਿਆ? ਉਹ ਇਸ ਕਰਕੇ ਵੀ ਜਿੰਨੀ ਕੁ ਸਮਝ ਹੈ ਨਾ, ਉਨੀ ਕੁ ਸਮਝ ਜਿਹੜੀ ਏ ਉਹਦੇ ਨਾਲ ਅਗਲੇ ਨੂੰ ਸਮਝ ਆ ਜਾਂਦੀ ਏ। ਤੇ ਜਦੋਂ ਜ਼ਿਆਦੀ ਸਮਝ ਵਾਲੀ ਗੱਲ ਕੀਤੀ ਜਾਵੇ ਫਿਰ ਗੱਲ ਦੀ ਸਮਝ ਨਹੀਂ ਆਉਂਦੀ ਤੇ ਕਰਨ ਦਾ ਸਵਾਦ ਨਹੀਂ ਹੁੰਦਾ। ਇੱਕ ਗੁਰਮੁਖ ਪਿਆਰੇ ਨੇ ਬੜਾ ਸੁੰਦਰ ਦੋਹਰਾ ਲਿਖਿਆ। ਉਹ ਲਿਖਦਾ, ਸਮਝ में ही समझ है, समझाने से ना समझे उसके लिए हम असमझ हैं। ਸਮਝ में ही समझ है, ਕਿਸੇ ਨੂੰ ਗੱਲ ਕਰੀ ਉਹਨੂੰ ਗੱਲ ਦੀ ਸਮਝ ਆ ਗਈ ਤੇ ਉਹ ਵੀ ਸਮਝਦਾਰ ਤੇ ਮੈਂ ਵੀ ਸਮਝਦਾਰ, ਦੋਵੇਂ ਸਮਝਦਾਰ, ਦੋਵੇਂ ਗੱਲ ਨੂੰ ਸਮਝ ਗਏ। ਸਮਝਾਣੇ ਸੇ ਨਾ ਸਮਝੇ, ਅਸੀਂ ਸਮਝਾਉਣ ਦਾ ਯਤਨ ਕਰਦੇ ਉਹਨੂੰ ਸਮਝ ਨਹੀਂ ਆਉਂਦੀ ਤੇ ਉੱਥੇ ਹੱਥ ਜੋੜਦੇ, ਭਰਾਵਾ ਤੂੰ ਸਮਝਦਾਰ ਹੈ ਤੇ ਹਮ ਐ ਸਮਝ ਹੈ, ਮੈਂ ਅਸਮਝ ਹਾਂ, ਮੇਰੇ ਕੋਲ ਸਮਝ ਹੀ ਨਹੀਂ ਜਿਹੜਾ ਮੈਂ ਤੈਨੂੰ ਸਮਝਾ ਸਕਾਂ। ਸੋ ਗੁਰੂ ਜੀ ਰਹਿਮਤ ਕਰਦੇ ਨੇ, ਪੜ੍ਹੇ ਸਗਲ ਵੇਦ, ਚਾਰੇ ਵੇਦ ਨੇ ਜਿਹੜੇ ਉਹ ਪੜ੍ਹ ਲਏ ਨੇ। ਨਾ ਚੁੱਕੇ ਮਨ ਭੇਦ, ਜਿਹੜੇ ਮਨ ਦੇ ਭੇਦ ਨੇ 16 ਅਵਸਥਾ ਨੇ ਮਨ ਦੀਆਂ, ਉਹ ਤਾਂ ਪਾਸੇ ਨਹੀਂ ਹੋਈਆਂ, ਉਹ ਤਾਂ ਪੰਨੇ ਪਲਟੇ ਨਹੀਂ ਗਏ, ਉਹ ਤਾਂ ਪੜ੍ਹਿਆ ਨਹੀਂ ਗਿਆ, ਮਨ ਤਾਂ ਪੜ੍ਹਿਆ ਨਹੀਂ ਗਿਆ। ਮਨ ਵਾਲੀ ਕਿਤਾਬ ਦੇ ਤੇ ਪੰਨਿਆਂ ਦਾ ਹੀ ਨਹੀਂ ਪਤਾ ਕਿੰਨੇ ਆ, ਪਹਿਲੇ ਪੰਨੇ ਤੇ ਕੀ ਲਿਖਿਆ ਇਹ ਵੀ ਨਹੀਂ ਅਕਲ ਸੋਝੀ ਹੈਗੀ। ਇੱਕ ਖਿੰਨ ਨਾ ਧੀਰੇ ਮੇਰੇ ਕਰਕੇ ਪੰਚਾ, ਤੇ ਜਦੋਂ ਤੱਕ ਮਨ ਦੀਆਂ ਕਿਤਾਬਾਂ ਨੂੰ ਨਾ ਖੋਲਾਂਗੇ, ਮਨ ਨੂੰ ਨਾ ਪੜਾਂਗੇ ਤੇ ਫਿਰ ਇਹ 5 ਵਿਕਾਰ ਨੇ ਜਿਹੜੇ ਇਹ ਹਾਵੀ ਰਹਿਣਗੇ। ਜਿਸ ਦਿਨ ਆਪਣੇ ਮਨ ਨੂੰ ਪੜ੍ਹ ਲਿਆ, ਮਨ ਦੀ ਕਿਤਾਬ ਨੂੰ, ਮਨ ਦੀਆਂ ਤਹਿਾਂ ਖੋਲ ਲੀਆਂ, ਉਸ ਦਿਨ ਫਿਰ ਇਹ 5 ਵਿਕਾਰ ਜਿਹੜੇ ਨੇ ਨਾ ਇਹ ਪਿਛਾ ਹਟ ਜਾਣਗੇ। ਇੱਕ ਖਿੰਨ ਨਾ ਧੀਰੇ ਮੇਰੇ ਘਰ ਕੇ ਪੰਚਾ, ਇਹ ਸਰੀਰ ਦੇ ਵਿੱਚ ਜਿਹੜੇ 5 ਨੇ ਭਾਈ, ਉਹ ਇੱਕ ਖਿੰਨ ਮਾਤਰ ਵੀ ਧੀਰਜ ਦੇ ਵਿੱਚ ਨਹੀਂ ਰਹਿਣ ਦਿੰਦੇ ਹਨ ਜੀ। ਕੋਈ ਐਸੋ ਰੇ ਭਗਤ, ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰਾ ਹਿਰਦੈ ਸਿੰਚਾ। ਕੋਈ ਇਸ ਤਰ੍ਹਾਂ ਦਾ ਭਗਤ ਹੋਵੇ ਜਿਹੜਾ ਮਾਇਆ ਤੋਂ ਰਹਿਤ ਹੋਵੇ। ਤੇ ਮਾਇਆ ਤੋਂ ਰਹਿਤ ਦੀ ਨਿਸ਼ਾਨੀ ਕੀ ਏ? ਇਹ ਥੋੜੀ ਜੀ ਵਿਚਾਰ ਆਪਾਂ ਸਰਵਣ ਕਰ ਲਈਏ। ਮਹਾਤਮਾ ਬੁੱਧ ਜਾ ਰਿਹਾ ਸੀ ਤੇ ਇਹਨਾਂ ਦੇ ਨਾਲ ਇਹਨਾਂ ਦਾ ਇਹ ਭਤੀਜਾ ਵੀ ਲੱਗਦਾ ਸੀ ਤੇ ਸੇਵਕ ਵੀ ਸੀਗਾ, ਇਹਨਾਂ ਦਾ ਸੇਵਕ ਬਣ ਗਿਆ ਸੀ, ਗੜਵਈ ਬਣ ਗਿਆ ਸੀ। ਜਦੋਂ ਮਹਾਤਮਾ ਬੁੱਧ ਜੀ ਜਾ ਰਹੇ ਨੇ ਤੇ ਆਪਣੇ ਸੇਵਕ ਨੂੰ ਨਾਲ ਲੈ ਕੇ ਜਾ ਰਹੇ ਨੇ ਤੇ ਸੇਵਕ ਨੇ ਮਨ ਦੇ ਵਿੱਚ ਖਿਆਲ ਕੀਤਾ ਵੀ ਸਫ਼ਰ ਹੈ ਜਿਹੜਾ ਦੂਜੇ ਪਿੰਡ ਜਾਣਾ ਲੰਮਾ ਹੈ ਤੇ ਕਿਉਂ ਨਾ ਪਾਣੀ ਦਾ ਇੱਕ ਕਮੰਡਲ ਜਿਹੜਾ ਹੈ ਨਾ ਉਹ ਭਰ ਕੇ ਨਾਲ ਲੈ ਲਈਏ। ਪਾਣੀ ਦਾ ਕਮੰਡਲ ਭਰਿਆ ਹੈ ਤੇ ਦੋਵੇਂ ਤੁਰੇ ਜਾਂਦੇ ਨੇ ਅੱਗੇ। ਮਹਾਤਮਾ ਬੁੱਧ ਨੇ ਵੇਖਿਆ ਕੋਈ ਬੂਟਾ ਏ ਤੇ ਉਹ ਕੱਲਾ ਜਿਹਾ ਖੜਾ ਤੇ ਕਮਲਾਇਆ ਪਿਆ ਪਾਣੀ ਤੋਂ ਬਿਨਾ, ਕਿਉਂਕਿ ਸਵੇਰ ਦੇ ਤੁਰੇ ਸਨ, ਦੁਪਹਿਰਾ ਹੋ ਗਿਆ। ਤੇ ਉਹਨੇ ਆਪਣੇ ਸੇਵਕ ਨੂੰ ਆਖਿਆ, ਭਤੀਜੇ ਆਪਣੇ ਨੂੰ ਆਖਿਆ, ਮੈਂ ਵੇਖਿਆ ਤੇਰੇ ਕੋਲ ਪਾਣੀ ਸੀ, ਪਾਣੀ ਲਿਆਇਆ ਨਾਲ? ਕਹਿੰਦਾ ਹਾਂ ਜੀ ਲਿਆਇਆ, ਛਕਣਾ।
ਤੇ ਕਹਿੰਦਾ ਮੈਂ ਤਾਂ ਨਹੀਂ ਛਕਣਾ, ਇਹਨੂੰ ਛਕਾ ਦੇ। ਤੇ ਉਹ ਕਹਿੰਦਾ ਜੀ ਮੈਂ ਪਾਣੀ ਲਿਆਇਆ, ਆਪਾਂ ਨੂੰ ਪਿਆਸ ਲੱਗੇਗੀ। ਕਹਿੰਦਾ ਆਪਾਂ ਨੂੰ ਤਾਂ ਜੇ ਲੱਗੇਗੀ ਨਾ, ਇਹਨੂੰ ਲੱਗੀ ਹੋਈ ਹੈ ਤੇ ਮਰਨੇ ਪਿਆ ਵਿਚਾਰਾ, ਇਹਨੂੰ ਪਤਾ ਨਹੀਂ ਕਿੰਨੇ ਦਿਨਾਂ ਦੀ ਪਿਆਸ ਲੱਗੀ, ਆਪਾਂ ਨੂੰ ਤਾਂ ਜੇ ਲੱਗੀ ਨਹੀਂ ਲੱਗੇਗੀ। ਇਹਨੂੰ ਆਖਿਆ ਜਾਂਦਾ ਮਾਇਆ ਤੋਂ ਰਹਿਤ, ਜਿੰਦੀ ਜੇਬ ਦੇ ਵਿੱਚ 10,000 ਏ ਤੇ ਉਹ ਕਿਸੇ ਲੋੜਵੰਦ ਨੂੰ ਨਹੀਂ ਦੇ ਸਕਦਾ, ਤੇ ਆਪਣੇ ਆਪ ਨੂੰ ਸੰਤ ਭਗਤ ਜਾਂ ਕੋਈ ਹੋਰ ਅਖਵਾਉਂਦਾ ਏ, ਤੇ ਉਹ ਭਾਈ ਫਿਰ ਉਹ ਅਖਵਾਉਣ ਦੇ ਸਮਰੱਥ ਨਹੀਂ, ਕਿਉਂਕਿ ਉਹਨੇ 10,000 ਰੱਖਿਆ ਵੀ ਕਦੇ ਲੋੜ ਪੈ ਸਕਦੀ ਏ, ਤੇ ਇੱਕ ਨੂੰ ਲੋੜ ਪਈ ਏ, ਜਿਹਨੂੰ ਲੋੜ ਪਈ ਏ ਉਹਦਾ ਸਰਿਆ ਨਹੀਂ, ਤੇ ਉਹਨੂੰ ਹੋ ਸਕਦਾ ਲੋੜ ਪਵੇ ਹੀ ਨਾ। ਸੋ ਇਸ ਤਰ੍ਹਾਂ ਫਿਰ ਮਹਾਤਮਾ ਬੁੱਧ ਨੇ ਉਹਨੂੰ ਸਮਝਾਇਆ ਵੀ ਇਹਨੂੰ ਤਾਂ ਪਿਆਸ ਲੱਗੀ ਹੋਈ ਏ 2 ਦਿਨਾਂ ਦੀ 4 ਦਿਨਾਂ ਦੀ, ਤੇ ਆਪਾਂ ਨੂੰ ਤਾਂ ਜੇ ਲੱਗੇਗੀ, ਜਦੋਂ ਲੱਗੇਗੀ ਉਦੋਂ ਬਾਅਦ ਆਪੇ ਹੀ ਵਾਹਿਗੁਰੂ ਇੰਤਜ਼ਾਮ ਕਰੇਗਾ, ਪਾਣੀ ਪਾ ਦੇ ਇਹਨੂੰ। ਇਹ ਭਗਤ ਮਾਇਆ ਤੋਂ ਰਹਿਤ ਹੈ। ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਕੋਈ ਇਸ ਤਰ੍ਹਾਂ ਦਾ ਭਗਤ ਹੋਵੇ ਜਿਹੜਾ ਮਾਇਆ ਤੋਂ ਰਹਿਤ ਹੋਵੇ, ਜਿਹੜਾ ਮਾਇਆ ਨੂੰ ਆਪਣੀ ਜ਼ਰੂਰਤ ਨਾ ਸਮਝੇ। ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ, ਤੇ ਉਹਦੇ ਕੋਲ ਜਾਵਾਂ ਮੈਂ, ਤੇ ਉਹ ਅੰਮ੍ਰਿਤ ਨਾਮ ਮੇਰੇ ਹਿਰਦੇ ਦੇ ਵਿੱਚ ਸਿੰਚਦਾ ਕਰੇ, ਮੇਰੇ ਹਿਰਦੇ ਦੇ ਵਿੱਚ ਅੰਮ੍ਰਿਤ ਨਾਮ ਦੇਣਾ ਕਰੇ ਜੀ। ਜੇਤੇ ਜੀ ਤੀਰਥ ਨਾਏ, ਅਹੰ ਬੁੱਧ ਮੈਲ ਲਾਏ, ਘਰ ਕੋ ਠਾਕੁਰ ਇੱਕ ਤਿਲ ਨਾ ਮਾਨੈ। ਪੁਰਾਤਨ ਸਮੇਂ ਦੇ ਵਿੱਚ ਜਿਹੜੇ 68 ਤੀਰਥ ਮੰਨੇ ਗਏ ਨੇ, ਇਹਨਾਂ ਦੀ ਬੜੀ ਮਹਾਨਤਾ ਦੱਸੀ ਜਾਂਦੀ ਸੀ, ਪਰ ਹੌਲੀ ਹੌਲੀ ਨਾ ਪੁਰਾਣੀ ਨੇ ਇਹਨਾਂ ਦੇ ਉੱਤੇ ਇਸ਼ਨਾਨ ਕਰਕੇ ਤੇ ਅੰਦਰੋਂ ਅਹੰ ਭਾਵ ਜਿਹੜਾ ਇਹ ਵਧਾਉਣਾ ਸ਼ੁਰੂ ਕਰ ਦਿੱਤਾ। ਧੰਨ ਗੁਰਬਾਣੀ ਦੇ ਅੰਦਰ ਕਿਸੇ ਤੀਰਥ ਦੀ ਨਿੰਦਿਆ ਨਹੀਂ ਕੀਤੀ। ਤੀਰਥ ਠੀਕ ਹੈ, ਜਾਓ ਇਸ਼ਨਾਨ ਕਰੀਏ, ਬਾਣੀ ਪੜ੍ਹੀਏ, ਦਰਸ਼ਨ ਦਿਦਾਰੇ ਕਰੀਏ, ਪਰ ਅੰਦਰ ਹਉਮੈ ਨਹੀਂ ਆਉਣੀ ਚਾਹੀਦੀ, ਹੰਕਾਰ ਨਹੀਂ ਆਉਣਾ ਚਾਹੀਦਾ ਵੀ ਮੈਂ ਇਤਨੇ ਤੀਰਥਾਂ ਤੇ ਗਿਆ ਹੋਇਆ ਫਿਰ ਮਾੜਾ ਹੈ। ਤੀਰਥ ਸਥਾਨ ਤੇ ਜਾਣਾ ਨਹੀਂ ਮਾੜਾ ਹੈ, ਯੋਗ ਸਾਨੂੰ ਜਾਣਾ ਚਾਹੀਦਾ, ਸਾਨੂੰ ਦਰਸ਼ਨ ਦਿਦਾਰੇ ਕਰਨੇ ਚਾਹੀਦੇ ਨੇ, ਇਸ਼ਨਾਨ ਕਰਨਾ ਚਾਹੀਦਾ, ਅੰਦਰ ਸ਼ਰਧਾ ਭਾਵਨਾ ਸਾਨੂੰ ਤੀਰਥਾਂ ਦੀ ਹੋਣੀ ਚਾਹੀਦੀ ਹੈ, ਰੱਖਣੀ ਚਾਹੀਦੀ ਹੈ। ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਧੰਨ ਗੁਰੂ ਅਮਰਦਾਸ ਜੀ ਆਪ ਤੀਰਥਾਂ ਤੇ ਗਏ ਸਨ, ਤੇ ਸੰਗਤਾਂ ਨੂੰ ਵੀ ਨਾਲ ਲੈ ਕੇ ਗਏ ਸਨ। ਅਕਬਰ ਬਾਦਸ਼ਾਹ ਨੇ ਗੁਰੂ ਮਹਾਰਾਜ ਜੀ ਦੇ ਨਾਲ ਜਾਣ ਵਾਲਿਆਂ ਦਾ ਟੈਕਸ ਸੀ ਨਾ, ਜਿਹੜਾ ਜਜੀਆ ਜਾਤੀਆ ਟੈਕਸ ਕਹਿੰਦੇ ਇਹਨੂੰ, ਜਜੀਆ ਟੈਕਸ ਜਿਹੜਾ ਲੱਗਦਾ ਸੀ ਉਹ ਮਾਫ ਕਰਤਾ ਸੀ। ਗੁਰੂ ਜੀ ਤੁਸੀਂ ਜਿਤਨੇ ਸੰਗਤ ਲੈ ਕੇ ਜਾਓਗੇ ਕਿਸੇ ਤੋਂ ਟੈਕਸ ਨਹੀਂ ਲਿਆ ਜਾਏਗਾ। ਸੋ ਫਿਰ ਇਹਨਾਂ ਦਾ ਜੇ ਅੰਦਰ ਹੰਕਾਰ ਆ ਜੇ ਤੇ ਫਿਰ ਗੁਰੂ ਜੀ ਕਹਿੰਦੇ ਨੇ ਠੀਕ ਨਹੀਂ। ਜੇ ਤੇਰੇ ਤੀਰਥ ਨਾਏ ਅਹੰ ਬੁੱਧ, ਹੰਕਾਰ ਵਾਲੀ ਬੁੱਧੀ ਹੋ ਗਈ, ਮੈਲ ਲਾਏ ਇਹ ਮੈਲ ਲੱਗ ਗਈ ਏ। ਘਰ ਕੋ ਠਾਕੁਰ ਇੱਕ ਤਿਲ ਨਾ ਮਾਨੇ, ਜਿਹੜਾ ਅੰਦਰ ਸਾਡੇ ਘਰ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਠਾਕੁਰ ਬੈਠਾ ਹੈ ਨਾ, ਘਰ ਦਾ ਅਰਥ ਸਰੀਰ ਏ, ਉਹ ਫਿਰ ਨਹੀਂ ਮੰਨਦਾ ਬਈ ਨਹੀਂ। ਜੇ ਹੰਕਾਰ ਆ ਗਿਆ ਤੇ ਫਿਰ ਉਹਨੇ ਨਹੀਂ ਮੰਨਣਾ ਤੇਰੇ ਤੀਰਥ ਇਸ਼ਨਾਨ ਕੀਤੇ ਨੂੰ, ਕਿਉਂਕਿ ਗੁਰਬਾਣੀ ਦੇ ਅੰਦਰ ਫਰਮਾਨ ਆਉਂਦਾ ਹਰ ਜਿਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ ਹਰੀ। ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਹੰਕਾਰ ਨਹੀਂ ਚੰਗਾ ਲੱਗਦਾ, ਕਿਉਂਕਿ ਵੇਦ ਸ਼ਾਸਤਰ ਵੀ ਇਹੀ ਗੱਲ ਆਖਦੇ ਨੇ। ਸੋ ਤਾਂ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਤੀਰਥਾਂ ਤੇ ਜਾਓ, ਇਸ਼ਨਾਨ ਕਰੋ, ਸ਼ਰਧਾ ਭਾਵਨਾ ਦੇ ਨਾਲ ਜਾਓ, ਸ਼ਰਧਾ ਭਾਵਨਾ ਦੇ ਨਾਲ ਉੱਥੇ ਇਸ਼ਨਾਨ ਕਰੋ, ਪਰ ਅੰਦਰ ਜਿਹੜਾ ਇਹ ਹੰਕਾਰ ਨਹੀਂ ਆਉਣਾ ਚਾਹੀਦਾ। ਜੇ ਅੰਦਰ ਅਹੰ ਬੁੱਧ ਬਣ ਗਈ ਤੇ ਇਹਦੇ ਨਾਲ ਮੈਲ ਬਣ ਜਾਣੀ ਹੈ। ਜਦੋਂ ਮੈਲ ਬਣ ਜਾਣੀ ਤੇ ਫਿਰ ਸਾਡੇ ਅੰਦਰ ਬੈਠੇ ਰੱਬ ਨੂੰ ਨਾ ਇਹ ਗੱਲ ਚੰਗੀ ਨਹੀਂ ਲੱਗਣੀ ਹੈ ਜੀ। ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਇਸਨਾਨੈ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਕਦ ਪਾਵੋ ਸਾਧ ਸੰਗ, ਹੈ ਵਾਹਿਗੁਰੂ ਜੀ ਕਦੋਂ ਮੈਨੂੰ ਇਸ ਤਰ੍ਹਾਂ ਦੇ ਸਾਧੂ ਦੀ ਸੰਗਤ ਪ੍ਰਾਪਤ ਹੋਵੇਗੀ, ਕਿੰਨਾ ਕੁ ਸਮਾਂ ਹੋਰ ਲੱਗੇਗਾ। ਕਦ ਪਾਵੋ ਸਾਧ ਸੰਗ, ਹਰ ਹਰ ਸਦਾ ਆਨੰਦ, ਤੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਾਂ, ਮੈਨੂੰ ਸਦਾ ਆਨੰਦ ਬਣਿਆ ਰਵੇ। ਗਿਆਨ ਅੰਜਨ ਮੇਰਾ ਮਨ ਇਸ਼ਨਾਨੇ, ਗਿਆਨ ਦਾ ਸੁਰਮਾ ਜਿਹੜਾ ਹੈ ਉਹ ਮੇਰੇ ਮਨ ਨੂੰ ਆ ਜਾਵੇ, ਤੇ ਮੇਰਾ ਮਨ ਜਿਹੜਾ ਗਿਆਨ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕਰੇ ਜੀ। ਸਗਲ ਅਸਰਮ ਕੀਨੇ, ਮਨੁਆ ਨਹਿ ਪਤੀਨੇ, ਵਿਵੇਕਹੀਨ ਦੇਹੀ ਧੋਏ। ਸਨਾਤਨ ਧਰਮ ਦੇ ਵਿੱਚ 4 ਆਸ਼ਰਮ ਮੰਨੇ ਗਏ ਨੇ, ਤੇ 4 ਹੀ ਵਰਨ ਮੰਨੇ ਗਏ ਨੇ। ਜਿਹੜੇ 4 ਵਰਨ ਨੇ ਉਹ ਗੁਰਬਾਣੀ ਇਸ ਤਰ੍ਹਾਂ ਦੱਸਦੀ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ। 4 ਵਰਨ ਨੇ, 4 ਵਰਨਾਂ ਨੂੰ ਗੁਰਬਾਣੀ ਨੇ ਸਾਂਝਾ ਉਪਦੇਸ਼ ਬਖਸ਼ਿਆ। ਇਹ ਨੇ, ਇੱਕ ਬ੍ਰਾਹਮਣ ਜਿਹੜਾ ਉਸ ਪ੍ਰਭੂ ਪਰਮਾਤਮਾ ਦੀ
ਵਿਚਾਰ ਕਰਨ ਵਾਲਾ ਹੈ, ਦੂਜਾ ਸੂਰਮਾ ਹੈ ਜਿਹੜਾ ਦੇਸ਼ ਕੌਮ ਦੀ ਰੱਖਿਆ ਕਰਨ ਵਾਲਾ ਹੈ, ਤੀਜਾ ਵੈਸ਼ਨਵ ਹੈ ਜਿਹੜਾ ਸਾਰਿਆਂ ਦੀ ਰੋਜੀ ਰੋਟੀ ਦੇ ਲਈ ਕੁਝ ਨਾ ਕੁਝ ਖੇਤੀ ਆਦਿਕ ਜਾਂ ਵਪਾਰ ਕਰਦਾ ਰਹਿੰਦਾ ਹੈ, ਤੀਸਰਾ ਹੈ ਜਿਸ ਨੂੰ ਸ਼ੂਦਰ ਆਖਿਆ ਜਾਂਦਾ ਹੈ, ਇਹ ਸੇਵਾਦਾਰ ਬਣ ਕੇ ਸਾਰਿਆਂ ਨੂੰ ਸੰਭਾਲਦਾ, ਸਾਰਿਆਂ ਦੀ ਸੇਵਾ ਕਰਦਾ ਹੈ। ਇਸੇ ਤਰ੍ਹਾਂ 4 ਆਸ਼ਰਮ ਨੇ। ਪਹਿਲਾ ਆਸ਼ਰਮ ਹੈ ਜਿਹੜਾ ਇਹ ਬ੍ਰਹਮਚਾਰਿ ਆਸ਼ਰਮ ਹੈ, ਇਹਦੀ ਅਵਧੀ ਹੈ ਜਿਹੜੀ ਇਹ 25 ਸਾਲ ਦੀ ਮੰਨੀ ਗਈ ਹੈ। 25 ਸਾਲ ਦੇ ਤੱਕ ਜਿਹੜੀ ਵਿਦਿਆ ਪ੍ਰਾਪਤ ਕਰਨੀ ਹੈ ਉਹ ਕਰ ਲੈਣੀ ਹੈ। ਉਸ ਤੋਂ ਬਾਅਦ ਫਿਰ ਬਾਕੀ ਦੇ ਜਿਹੜੇ 25 ਸਾਲ ਨੇ ਉਹਨੂੰ ਗ੍ਰਸਥ ਆਸ਼ਰਮ ਮੰਨਿਆ ਹੈ। ਵਿਆਹ ਕਰਵਾ ਕੇ ਆਪਣੀ ਸੰਤਾਨ ਪੈਦਾ ਕਰਨੀ ਹੈ, ਉਹਨਾਂ ਦਾ ਪਾਲਣ ਪੋਸ਼ਣ ਕਰਨਾ ਹੈ, ਤੇ ਜਦੋਂ 50 ਸਾਲ ਦੀ ਉਮਰ ਹੋ ਜੇ ਨਾ ਫਿਰ ਇਹਨੂੰ ਕਹਿੰਦੇ ਨੇ ਬਾਣਪ੍ਰਸਤ। ਫਿਰ ਜੰਗਲਾਂ ਆਦਿਕ ਦੇ ਵਿੱਚ ਚਲੇ ਜਾਣਾ ਹੈ। ਜੰਗਲਾਂ ਆਦਿਕ ਦੇ ਵਿੱਚ ਚਲੇ ਜਾਣਾ ਹੈ, ਉੱਥੇ ਜਾ ਕੇ ਭਜਨ ਬੰਦਗੀ ਕਰਨੀ ਹੈ। ਫਿਰ ਕਹਿੰਦੇ ਨੇ ਸੰਨਿਆਸ। ਫਿਰ ਸਾਰਿਆਂ ਦਾ ਹੀ ਤਿਆਗ ਕਰ ਦੇਣਾ, ਕਿਸੇ ਨੂੰ ਮਿਲਣਾ ਨਹੀਂ, ਕਿਸੇ ਕੋਲ ਜਾਣਾ ਆਉਣਾ ਨਹੀਂ। ਸੰਨਿਆਸ ਆਸ਼ਰਮ। ਇਸ ਤਰ੍ਹਾਂ 4 ਆਸ਼ਰਮ ਨੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ। ਇਹ ਆਸ਼ਰਮ ਕੀਤਿਆ ਵੀ ਮਾਣੇ ਨਾ ਜਿਹੜਾ ਇਹ ਨਹੀਂ ਪਤੀਜਦਾ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਉਹ ਮਾਣੇ, ਤੇ ਜਿਹੜੇ ਆਸ਼ਰਮ ਨੇ ਇਹ ਕੇਵਲ ਸਰੀਰ ਦਾ ਸਾਧਨ ਨੇ। 25 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰਾਇਆ, ਵਿਦਿਆ ਪ੍ਰਾਪਤ ਕਰ ਲਈ, ਵਿਦਿਆ ਪੜ੍ਹਦਾ ਰਿਹਾ। ਜੇ ਕਿਸੇ ਦੀ ਪੜ੍ਹਾਈ ਪਹਿਲੋਂ ਹੋ ਗਈ ਤੇ ਫਿਰ ਕਿਹੜਾ ਗੁਨਾਹ ਲੱਗਦਾ ਜੇ ਪਹਿਲੋਂ ਵਿਆਹ ਹੋ ਜੇ, ਜਾਂ ਕਿਸੇ ਦੀ ਪੜ੍ਹਾਈ ਅਜੇ ਰਹਿੰਦੀ ਹੈ ਕਰਕੇ ਫਿਰ ਕਰ ਲੈ ਤੇ ਫਿਰ ਵੀ ਕੋਈ ਗੁਨਾਹ ਨਹੀਂ। ਇਸ ਕਰਕੇ ਸਰੀਰ ਦਾ ਵਿਸ਼ਾ। ਇੱਥੇ ਮੈਂ ਇੱਕ ਹੋਰ ਬੇਨਤੀ ਕਰਾਂ ਜੋ ਕਿ ਆਪ ਜੀ ਦੀ ਗਿਆਤਾ ਦੇ ਲਈ ਥੋੜੀ ਗੱਲ ਦੀ ਸਮਝ ਆਵੇ। ਕੁਝ ਨਿਯਮ ਰੂਲ ਨੇ ਉਹ ਸਮਾਜ ਨੇ ਬਣਾਏ ਹੋਏ ਨੇ, ਕੁਝ ਨਿਯਮ ਨੇ, ਕੁਝ ਮਰਿਆਦਾ ਨੇ ਉਹ ਸਮਾਜ ਨੇ ਬਣਾਈਆਂ ਹੋਈਆਂ ਨੇ, ਤੇ ਸਮਾਜ ਨੇ ਉਹ ਮਰਿਆਦਾ ਨਿਯਮ ਬਣਾ ਕੇ ਲੋਕਾਂ ਦੇ ਵਿੱਚ ਭੈ ਕੀਤਾ ਹੈ ਵੀ ਇਸ ਮਰਿਆਦਾ ਨੂੰ ਤੋੜਨ ਨਾ, ਤੇ ਭੈ ਕਰਨ ਦੇ ਲਈ ਉਹਨਾਂ ਨੂੰ ਧਰਮ ਦੇ ਨਾਲ ਜੋੜ ਦਿੱਤਾ ਹੈ। ਜਿਵੇਂ ਵੇਖੋ ਆ ਦੀਵਾਲੀ ਦਾ ਤਿਉਹਾਰ ਹੈ, ਪਹਿਲੂ ਲੋਕ ਇਹਨੂੰ ਮਨਾਇਆ ਕਰਦੇ ਸਨ, ਕਿਉਂਕਿ ਇਹ ਅੱਜ ਦਾ ਨਹੀਂ, ਇਹ ਤ੍ਰੇਤੇ ਵੇਲੇ ਦਾ ਹੈ। ਉਦੋਂ ਬਾਅਦ ਫਿਰ ਦੁਆਪਰ ਹੋ ਗਿਆ, ਦੁਆਪਰ ਤੋਂ ਬਾਅਦ ਫਿਰ ਕਲਯੁਗ ਹੋ ਗਿਆ। ਇਤਨਾ ਪੁਰਾਣਾ ਤਿਉਹਾਰ ਹੈ। ਜਦੋਂ ਇਹਨੂੰ ਮਨਾਣੋਂ ਹਟ ਗਏ ਤੇ ਫਿਰ ਲੋਕਾਂ ਨੇ ਆਖਿਆ ਵੀ ਇਹ ਸਾਡਾ ਜਿਹੜਾ ਤਿਉਹਾਰ ਹੈ ਇਹ ਜਦੋਂ ਲੋਕੀ ਮਨਾਣੋਂ ਹਟ ਗਏ ਤੇ ਫਿਰ ਇਹ ਤਾਂ ਭਾਈ ਭੁੱਲ ਹੀ ਜਾਵਾਂਗੇ ਆਪਾਂ। ਤੇ ਕਿਵੇਂ ਲੋਕਾਂ ਨੂੰ ਇਸ ਪਾਸੇ ਲਾਇਆ ਜਾਵੇ ਵੀ ਇਸ ਤਿਉਹਾਰ ਨੂੰ ਲੋਕੀ ਫਿਰ ਮਨਾਉਣਾ ਸ਼ੁਰੂ ਕਰ ਦੇਣ, ਤੇ ਫਿਰ ਸਾਨੂੰ ਬੁੱਧੂ ਬਣਾਇਆ ਗਿਆ, ਸਾਡੀ ਅਕਲ ਕੱਢੀ ਗਈ। ਕਿਸ ਤਰ੍ਹਾਂ ਇਹ ਆਖਿਆ ਗਿਆ ਵੀ ਦੀਵਾਲੀ ਵਾਲੇ ਦਿਨ ਜਿਹੜਾ ਜ਼ਿਆਦੀ ਘਰ ਦੀ ਸਫਾਈ ਕਰੇਗਾ ਨਾ, ਘਰ ਨੂੰ ਜ਼ਿਆਦਾ ਰੰਗ ਰੋਗਨ ਕਰੇਗਾ ਤੇ ਆਪਣੇ ਘਰੇ ਲਾਈਟਾਂ ਜਗਾ ਕੇ ਦੀਵੇ ਮੋਮਬੱਤੀਆਂ ਜਗਾ ਕੇ ਰੱਖੇਗਾ, ਲక్ష్ਮੀ ਉਹਦੇ ਘਰੇ ਆਣ ਕੇ ਖੜ ਜਾਂਦੀ ਹੈ। ਤੇ ਫਿਰ ਇਸ ਤਰ੍ਹਾਂ ਕਰੋ। ਆਖਣ ਵਾਲੇ ਨੂੰ ਇਹ ਪੁੱਛੋ ਭਈ ਫਿਰ ਅਸੀਂ ਸਾਰਾ ਸਾਲ ਕੁਝ ਕਰਦੇ ਹੀ ਨਹੀਂ, ਇੱਕ ਦਿਨ ਹੀ ਸਾਰੀ ਸਫਾਈ ਕਰਕੇ ਲక్ష్ਮੀ ਨੂੰ ਆਪਣੇ ਘਰੇ ਬਿਠਾ ਲੈਂਦੇ, ਸਾਰਾ ਸਾਲ ਸਾਨੂੰ ਕੰਮ ਕਰਨ ਦੀ ਕੀ ਲੋੜ ਹੈ? ਪਰ ਅਸੀਂ ਉਸ ਪਾਸੇ ਨਹੀਂ ਜਾਂਦੇ। ਜਿਹੜੀ ਗੱਲ ਕਿਸੇ ਨੇ ਆਖ ਦਿੱਤੀ ਉਸ ਗੱਲ ਨੂੰ ਸੁਣ ਲਿਆ, ਉਸ ਗੱਲ ਨੂੰ ਸਮਝ ਲਿਆ ਤੇ ਉਵੇਂ ਮਗਰ ਲੱਗ ਗਏ। ਉਹਦੇ ਓਪੋਜਿਟ ਅਸੀਂ ਕੁਝ ਵੀ ਨਹੀਂ ਸੋਚਿਆ ਵੀ ਇਹ ਜਿਹੜੀ ਗੱਲ ਆਖ ਰਿਹਾ ਹੈ ਇਹ ਕਿੱਥੋਂ ਤੱਕ ਸੱਚੀ ਹੈ। ਤੇ ਉਦੋਂ ਤੋਂ ਬਾਅਦ ਫਿਰ ਦੀਵਾਲੀ ਮਨਾਉਣ ਲੱਗ ਗਏ। ਆ ਪਿੱਛੇ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ ਤੇ ਰਾਤ ਨੂੰ ਦਰਵਾਜ਼ੇ ਅੱਧੀ ਰਾਤ ਤੱਕ 12-1 ਵਜੇ ਤੱਕ ਖੁੱਲੇ ਰੱਖਣੇ ਵੀ ਲక్ష్ਮੀ ਅੰਦਰ ਆਵੇ, ਕਿਤੇ ਦਰਵਾਜ਼ਾ ਬੰਦ ਵੇਖ ਕੇ ਨਾ ਪੁੱਠੀ ਨਾ ਮੁੜ ਜਾਵੇ। ਜਾਂ ਵੇਖੋ ਦੀਵਾਲੀ ਆਉਣ ਵਾਲੀ ਹੈ 4 ਤਰੀਕ ਦੀ, 4 ਨਵੰਬਰ ਦੀ, ਤੇ ਸਾਰਿਆਂ ਨੇ ਤਿਆਰੀਆਂ ਕਰ ਲੈਣੀਆਂ, ਆਪੋ ਆਪਣੇ ਕਮਰੇ ਤਿਆਰ ਕਰ ਲੈਣੇ ਆ, ਘਰ ਤਿਆਰ ਕਰ ਲੈਣੇ ਆ, ਸੋਹਣੀਆਂ ਰੰਗ ਕਲੀਆਂ ਵੀ ਕਰ ਲੈਣੀਆਂ ਨੇ। ਸੋ ਇਸ ਤਰ੍ਹਾਂ ਇਹ ਜਿਹੜੇ ਨੇ ਨਾ ਇਹ ਸਾਡੀ ਬੁੱਧੀ ਕੱਢੀ ਜਾਂਦੀ ਹੈ ਸਾਨੂੰ ਮਨਾਉਣ ਦੇ ਲਈ। ਇਸ ਤਰ੍ਹਾਂ ਦੱਸਿਆ ਜਾਂਦਾ ਸਾਨੂੰ ਮਾੜਾ ਜਿਹਾ। ਹੁਣ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ, ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ। ਇਹ ਬਣਾਏ ਗਏ ਨੇ ਸਾਡੇ ਸਮਾਜ ਨੇ ਨਿਯਮ, ਸਾਡੇ ਸਮਾਜ ਦੇ ਬਣਾਏ ਹੋਏ ਜਿਹੜੇ ਨਿਯਮ ਨੇ ਉਹਨਾਂ ਨੂੰ ਫਿਰ ਇਹ ਲਾਗੂ ਜਦੋਂ ਕਰਦੇ ਨੇ ਧਰਮ ਦੇ ਨਾਲ ਜੋੜ ਕੇ ਕਰਦੇ ਨੇ। ਜਿਵੇਂ ਦੁਆਪਰ ਤ੍ਰੇਤੇ ਦੇ ਵਿੱਚ ਜਿਹੜੀਆਂ ਬੱਚੀਆਂ ਹੁੰਦੀਆਂ ਸੀ ਇਹ ਸਵੈਂਵਰ ਕਰਦੀਆਂ ਸਨ, ਭਾਵ ਆਪਦੀ ਯੋਗਤਾ ਦੇ ਅਨੁਸਾਰ ਸ਼ਰਤ ਰੱਖਦੇ ਨਹੀਂ ਵੀ ਮੇਰੇ ਵਿੱਚ ਇਤਨੀ ਸਮਰੱਥਾ ਆਪਦੀ ਗਿਆਤਾ ਲਈ ਦੱਸ ਦਿਆਂ। ਸੀਤਾ ਸੀ ਜਿਹੜੀ ਇਹ ਰਾਜੇ ਜਨਕ ਦਾ ਧਨੁਖ ਚੱਕ ਸਕਦੀ ਸੀ। ਜਿਵੇਂ 10ਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਨੁਖ 9 ਟੰਕ ਦਾ ਸੀ, ਤੇ ਜਿਹੜਾ 25 ਕਿਲੋ ਹੈ ਉਹਦਾ ਇੱਕ ਟੰਕ ਹੁੰਦਾ ਹੈ, ਭਾਵ 2.25 ਕੁਆਂਟਲ ਦਾ ਸੀ। ਹੁਣ 2.25 ਕੁਆਂਟਲ ਵਜਨ ਹੈ ਜਿਹੜਾ
ਇਹ ਚੱਕਣਾ ਆਮ ਬੰਦੇ ਦਾ ਕੰਮ ਥੋੜੀ ਏ। ਹੁਣ ਸੀਤਾ ਨੇ ਜਦੋਂ ਆਪਣੇ ਪਿਤਾ ਦਾ ਧਨੁੱਖ ਚੱਕ ਲਿਆ ਤੇ ਉਹਦੇ ਪਿਤਾ ਨੂੰ ਪਤਾ ਲੱਗਿਆ ਵੀ ਮੇਰੀ ਪੁੱਤਰੀ ਦੇ ਵਿੱਚ ਇਤਨੀ ਤਾਕਤ ਹੈ, ਇਤਨੀ ਜਵਾਨ ਹੈ, ਤੇ ਫਿਰ ਇਹਨੂੰ ਭਾਈ ਜਿਹੜਾ ਮਰਦ ਉਹ ਵੀ ਇਤਨੀ ਤਾਕਤ ਵਾਲਾ ਚਾਹੀਦਾ ਹੈ। ਤਾਂ ਕਰਕੇ ਉਹਨੇ ਸਵੰਬਰ ਰੱਖ ਲਿਆ ਵੀ ਜਿਹੜਾ ਧਨੁੱਖ ਚੱਕ ਦੇਗਾ ਨਾ, ਜਿਵੇਂ ਸੀਤਾ ਚੱਕ ਲੈਂਦੀ ਏ, ਉਹ ਇਹਦੇ ਨਾਲ ਵਾਰ ਕਰ ਸਕਦਾ ਹੈ। ਉਸ ਤੋਂ ਬਾਅਦ ਹੌਲੀ ਹੌਲੀ ਹੁਣ ਕਲਯੁਗ ਆ ਗਿਆ, ਫਿਰ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਗਿਆ। ਇਹ ਰੀਤੀ ਰਿਵਾਜ ਸਾਡੇ ਸਮਾਜ ਦੇ ਬਣਾਏ ਹੋਏ ਨੇ ਤੇ ਸਮਾਜ ਇਹਨਾਂ ਨੂੰ ਉਲੀਕ ਕੇ ਧਰਮ ਦੇ ਨਾਲ ਜੋੜ ਦਿੰਦਾ ਹੈ। ਤਾਂ ਕਰਕੇ ਗੁਰੂ ਜੀ ਰਹਿਮਤ ਕਰਦੇ ਨੇ, ਸਗਲ ਆਸ਼ਰਮ ਕੀਨੇ ਮਨਵਾ ਨਾ ਪਤੀਨੇ, ਇਹਨਾਂ ਨਾਲ ਵੀ ਮਨ ਇਹਨਾਂ ਜਿਹੜਾ ਇਹ ਨਹੀਂ ਪਤੀਜਦਾ ਉਸ ਪ੍ਰਭੂ ਦੇ ਨਾਮ ਦੇ ਵਿੱਚ। ਵਿਵੇਕਹੀਨ ਦੇਹੀ ਧੋਏ, ਗਿਆਨ ਤਾਂ ਸਾਡੇ ਕੋਲ ਹੈ ਨਹੀਂਗਾ, ਸੋਝੀ ਨਹੀਂ ਹੈਗੀ ਤੇ ਸਰੀਰ ਅਸੀਂ ਧੋਈ ਜਾਂਦੇ ਆ। ਵਿਵੇਕਹੀਨ ਕਹਿੰਦੇ ਨੇ ਜਿੰਦੇ ਕੋਲ ਗਿਆਨ ਨਾ ਹੋਵੇ, ਜਿੰਦੇ ਕੋਲ ਸੋਝੀ ਨਾ ਹੋਵੇ, ਦੇਹੀ ਧੋਏ, ਅਸੀਂ ਆਪਣਾ ਸਰੀਰ ਜ਼ਰੂਰ ਧੋ ਰਹੇ ਹਾਂ ਜੀ। ਕੋਈ ਪਾਈਐ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੈ ਰੰਗ ਰਾਤਾ, ਮੇਰੇ ਮਨ ਕੀ ਦੁਰਮਤ ਮਲ ਖੋਏ। ਹੁਣ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਕੋਈ ਪਾਈਏ ਰੇ, ਕਿਸੇ ਨੂੰ ਪ੍ਰਾਪਤ ਕਰੀਏ, ਕਿਹਨੂੰ? ਪੁਰਖ ਵਿਧਾਤਾ। ਵਿਧਾਤਾ ਕਹਿੰਦੇ ਨੇ ਜਿਹੜਾ ਕਰਮ ਲਿਖਣ ਵਾਲਾ ਹੈ। ਪਰ ਦਾਤਾ ਜਿਹੜਾ ਸਾਨੂੰ ਸਾਡੇ ਕਰਮ ਲਿਖਣ ਵਾਲਾ ਹੈ, ਜਿੰਦੇ ਕੋਲ ਕਰਮ ਲਿਖਣ ਦੀ ਸਮਰੱਥ ਹੈ। ਹੁਣ ਜਿਹੜਾ ਕਰਮ ਲਿਖਦਾ ਹੈ ਉਹ ਪਰਮਾਤਮਾ ਲਿਖਦਾ। ਕੋਈ ਇਸ ਤਰ੍ਹਾਂ ਦਾ ਸੰਤ ਮਿਲ ਜਾਵੇ ਜਿਹੜਾ ਸਾਡੇ ਕਰਮਾਂ ਦੀ ਲਿਖਤ ਹੈ ਜਿਹੜੀ ਉਹ ਸਹੀ ਕਰ ਦੇਵੇ। ਇੱਥੇ ਇੱਕ ਨਿੱਕਾ ਜਿਹਾ ਪ੍ਰਸੰਗ ਹੈ, ਸਾਖੀ ਉਹਦੇ ਨਾਲ ਜੁੜਦੇ ਆ, ਫਿਰ ਗੱਲ ਦੀ ਸਮਝ ਆਏ ਸੀ। ਇੱਕ ਸਾਧੂ ਸੰਤ ਸੀ, ਪੁੱਜਿਆ ਹੋਇਆ ਸੀ, ਆਮ ਮੇਰੇ ਵਰਗਾ ਰੋਟੀਆਂ ਖਾਣ ਵਾਲਾ ਨਹੀਂ ਸੀ, ਪੁੱਜਿਆ ਹੋਇਆ ਸਾਧੂ ਸੰਤ ਸੀ। ਤੇ ਇੱਕ ਮਾਈ ਉਹਦੀ ਸੇਵਾ ਦੇ ਵਿੱਚ ਲੱਗ ਗਈ। ਜਦੋਂ ਕਈ ਸਾਲ ਸੇਵਾ ਕੀਤੀ, 2 3 4 ਸਾਲ, ਤੇ ਸਾਧੂ ਨੇ ਪੁੱਛਿਆ, ਮਾਈ ਤੂੰ ਸੇਵਾ ਕਰਦੀ ਏ, ਕੋਈ ਤੇਰੀ ਇੱਛਾ ਤਮੰਨਾ ਹੈਗੀ ਤੇ ਦੱਸ ਦੇ ਭਾਈ, ਤੈਨੂੰ 3 4 ਸਾਲ ਹੋ ਗਏ ਨੇ ਸੇਵਾ ਕਰਦੀ ਨੂੰ। ਕਹਿੰਦੀ ਮਹਾਤਮਾ ਜੀ ਮੈਂ ਬੇ ਔਲਾਦ ਆ, ਬੇਸੰਤਾਨ ਆ, ਮੇਰੇ ਕੋਲ ਬੱਚਾ ਨਹੀਂ ਹੈਗਾ। ਤੇ ਸੰਤ ਕਹਿੰਦੇ ਚਲੋ ਕੋਈ ਨਹੀਂ, ਗੁਰੂ ਕਿਰਪਾ ਕਰੇਗਾ, ਆਪਾਂ ਅਰਦਾਸ ਕਰ ਦਿੰਦੇ ਆ, ਗੁਰੂ ਤੇਰੀ ਝੋਲੀ ਭਰ ਦੇਗਾ। ਹੁਣ ਝੋਲੀ ਭਰੀ ਗਈ ਹੈ, ਬੱਚਾ ਹੋ ਗਿਆ ਤੇ ਪੰਡਤ ਦੇ ਕੋਲੇ ਗਈ ਹੈ, ਕਹਿੰਦੀ ਇਹਦੀ ਜਨਮ ਪੱਤਰੀ ਬਣਾ, ਦੱਸ ਇਹਨੇ ਆਪਣੇ ਜੀਵਨ ਵਿੱਚ ਕੀ ਕਰਨਾ ਹੈ, ਕਿੰਨੀ ਕੁ ਇਹਦੀ ਉਮਰ ਹੈ। ਜਦੋਂ ਪੰਡਤ ਨੇ ਇਹਦਾ ਲੇਖਾ ਜੋਖਾ ਕੀਤਾ ਤੇ ਕਹਿੰਦਾ ਇਹਨੇ ਤੇ 12 ਸਾਲਾਂ ਬਾਅਦ ਮਾਰੀ ਜਾਣਾ ਹੈ, ਇਹਦੀ ਉਮਰ ਹੀ ਸਾਰੀ 12 ਕੁ ਸਾਲ ਦੀ ਹੈ। ਤੇ ਉਹਨੇ ਅਗਲੇ ਦਿਨ ਲਿਆ ਕੇ ਬਾਬਾ ਜੀ ਦੀ ਝੋਲੀ 'ਚ ਪਾਤਾ। ਕਹਿੰਦੀ ਤੇਰੇ ਤੋਂ ਲਿਆ ਸੀ ਤੇ ਤੂੰ ਹੀ ਸੰਭਾਲ। ਕਹਿੰਦਾ ਭਾਈ ਕੀ ਗੱਲ ਹੋ ਗਈ, ਤੂੰ ਤਾਂ ਸੇਵਾ ਕਰਕੇ ਮੰਗ ਕੇ ਲਿਆ ਸੀ। ਕਹਿੰਦੀ ਇਹਨੇ 12 ਸਾਲਾਂ ਨੂੰ ਮਰ ਜਾਣਾ, ਮੈਂ ਉਦੋਂ ਵੀ ਸੱਖਣੀ ਹੋਣਾ, ਤੇ ਕਿਉਂ ਨਾ ਅੱਜ ਹੀ ਮੈਂ ਸੱਖਣੀ ਰਵਾਂ, ਕਲਾਪ ਤਾਂ ਨਾ ਹੋਏਗਾ ਨਾ, ਇਹਦੇ ਨਾਲ ਤਾਂ ਮੈਂ ਸੱਖਣੀ ਚੰਗੀ ਸੀ। ਉਹ ਕਹਿੰਦੇ ਤੈਨੂੰ ਕਿਹਨੇ ਦੱਸਿਆ? ਕਹਿੰਦੀ ਮੈਂ ਇਹਦੀ ਪੱਤਰੀ ਵਿਖਾਈ ਹੈ ਪੰਡਤ ਜੀ ਨੂੰ। ਪੰਡਤ ਜੀ ਨੇ ਪੱਤਰੀ ਵੇਖ ਕੇ ਦੱਸਿਆ, ਇਹਨਾਂ ਸੰਤਾਂ ਨੇ ਇਹਦੇ ਮੱਥੇ ਤੇ ਆਪਣੇ ਪੈਰ ਦਾ ਅੰਗੂਠਾ ਲਾ ਦਿੱਤਾ। ਜਿਵੇਂ ਸ੍ਰੀ ਚੰਦ ਨੇ ਆਪਣੀ ਕੁੱਲ ਰੱਖਣ ਦੇ ਮਾਰੇ ਨੇ ਲਖਮੀ ਦਾਸ ਤੋਂ ਆਪਣਾ ਭਤੀਜਾ ਲਾ ਲਿਆ ਸੀ। ਜਦੋਂ ਲਖਮੀ ਦਾਸ ਧੰਨ ਗੁਰੂ ਨਾਨਕ ਦੇਵ ਜੀ ਦਾ ਛੋਟਾ ਸਾਹਿਬਜ਼ਾਦਾ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਬਕੁੰਠ ਗਿਆ, ਇਹਨਾਂ ਆਪਣੇ ਬੱਚੇ ਨੂੰ ਵੀ ਨਾਲ ਲੈ ਚੱਲਿਆ ਸੀ। ਤੇ ਸ੍ਰੀ ਚੰਦ ਨੇ ਆਖਿਆ ਭਈ ਇਹ ਤਾਂ ਸਾਡਾ ਖਾਨਦਾਨ ਹੀ ਖਤਮ ਹੋ ਜਾਣਾ, ਕੁੱਲ ਹੀ ਖਤਮ ਹੋ ਜਾਣੀ ਏ। ਉਹਨੇ ਫਿਰ ਲੰਮੀ ਬਾਂਹ ਕਰਕੇ ਤੇ ਆਪਣੇ ਭਤੀਜੇ ਨੂੰ ਥੱਲੇ ਲਾਇਆ ਤੇ ਆਪਣੇ ਅੰਗੂਠੇ ਦੇ ਵਿੱਚੋਂ ਦੁੱਧ ਪਿਆ ਕੇ ਉਹਦੀ ਪਾਲਣਾ ਕੀਤੀ ਸੀ। ਇਸ ਤਰ੍ਹਾਂ ਲਖਮੀ ਸ੍ਰੀ ਚੰਦ ਨੇ ਆਪਣੇ ਭਤੀਜੇ ਨੂੰ ਪਾਲਿਆ। ਰੋ ਵਿਚਾਰ, ਹੁਣ ਬਾਬਾ ਜੀ ਨੇ ਅੰਗੂਠਾ ਲਾ ਦਿੱਤਾ, ਸੰਤਾਂ ਨੇ ਕਹਿੰਦਾ ਹੁਣ ਜਾ ਕੇ ਵੇਖ। ਅਗਲੇ ਦਿਨ ਗਈਏ ਤੇ ਉਹ ਜਿਹੜਾ ਪੰਡਤ 12 ਸਾਲ ਦੱਸਦਾ ਸੀ ਕਹਿੰਦਾ ਨਹੀਂ ਇਹ ਤਾਂ 120 ਸਾਲ ਹੋਈ ਏ। ਸੋ ਇਹਨੂੰ ਕਹਿੰਦੇ ਨੇ ਪੁਰਖ ਵਿਧਾਤਾ, ਸਾਡੀ ਕਰਮਾਂ ਨੂੰ ਲਿਖਣ ਵਾਲਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਈ ਸੁਲੱਖਣੀ ਨੂੰ 1 ਦੀ ਥਾਂ ਤੇ 7 ਦੇ ਦਿੱਤੇ ਸਨ, ਕਿਉਂਕਿ ਪੁਰਖ ਵਿਧਾਤਾ ਕਰਮ ਪਰ ਦਾਤਾ ਸੀ। ਜੋ ਮਰਜ਼ੀ ਲਿਖਦੇ ਸਾਡੇ ਕਰਮਾਂ 'ਚ ਸਾਨੂੰ ਮਿਲ ਜਾਣਾ। ਕੋਈ ਪਾਈਏ ਰੇ ਪੁਰਖ ਵਿਧਾਤਾ, ਇਸ ਤਰ੍ਹਾਂ ਦਾ ਕੋਈ ਹੋਵੇ, ਕਿਉਂਕਿ ਸਾਡੇ ਕਰਮਾਂ ਦੇ ਵਿੱਚ ਸੰਜੋਗ ਨਹੀਂ ਹੈਗਾ ਵੀ ਅਸੀਂ ਨਾਮ ਜਪੀਏ, ਉਸ ਪਰਮਾਤਮਾ ਨੂੰ ਪ੍ਰਾਪਤ ਕਰੀਏ। ਇਹ ਸਾਡਾ ਸੰਜੋਗ ਨਹੀਂ ਹੈਗਾ। ਕੋਈ ਸਾਡੇ ਸੰਜੋਗ ਲਿਖ ਦੇਵੇ, ਸਾਡੇ ਕਰਮਾਂ ਦੇ ਵਿੱਚ ਲਿਖ ਦੇਵੇ, ਇਹ ਗੱਲ ਗੁਰੂ ਜੀ ਆਖ ਰਹੇ। ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੇ ਰੰਗ ਰਾਤਾ, ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਰੰਗਿਆ ਹੋਇਆ ਤੇ ਜਿੰਦੀ ਚਲਾਈ ਹੋਈ ਕਲਮ ਹੈ ਜਿਹੜੀ ਉਹ ਸਹੀ ਹੋਏਗੀ, ਉਲਟ ਨਹੀਂ ਹੋਏਗੀ। ਮੇਰੇ ਮਨ ਕੀ ਦੁਰਮਤ ਮਲ ਖੋਏ, ਤੇ ਮੇਰੇ ਮਨ ਦੀ ਜਿਹੜੀ ਇਹ ਖੋਟੀ ਮੱਤ ਇਹ ਭਾਈ ਸਾਫ਼ ਹੋ ਜੇ, ਸੁਥਰੀ ਹੋ ਜੇ, ਨਾਸ ਹੋ ਜੇ ਜੀ। ਕਰਮ ਧਰਮ ਜੁਗਤਾ, ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੈ ਕਹੀ ਨਾ ਲਿਖੈ। ਹੁਣ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ,
ਕਰਮ ਧਰਮ ਯੁਗਤਾ। ਯੁਗਤਾ ਦਾ ਅਰਥ ਹੁੰਦਾ ਤਰੀਕਾ, ਤੇ ਧਰਮ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਸ ਨੂੰ ਅਸੀਂ ਧਾਰਨ ਕੀਤਾ ਉਹ ਧਰਮ ਹੈ। ਮੁਸਲਮਾਨਾਂ ਨੇ ਆਪਣਾ ਧਰਮ ਧਾਰਨ ਕੀਤਾ ਹੈ, ਅਸੀਂ ਆਪਣਾ ਧਰਮ ਧਾਰਨ ਕੀਤਾ ਹੈ ਕਿ ਅਸੀਂ ਨਿਯਮ ਧਾਰਨ ਕੀਤੇ ਨੇ। ਉਹਨਾਂ ਨੇ ਆਪਣੇ ਨਿਯਮ ਧਾਰਨ ਕੀਤੇ ਨੇ, ਅਸੀਂ ਆਪਣੇ ਧਾਰਨ ਕੀਤੇ ਨੇ। ਹੋਰ ਜਿਹੜੇ ਨੇ ਉਹਨਾਂ ਨੇ ਆਪਣੇ ਨਿਯਮ ਧਾਰਨ ਕੀਤੇ ਨੇ, ਤੇ ਕਰਮ ਉਹਨਾਂ ਨਿਯਮਾਂ ਦੇ ਅਨੁਸਾਰ ਹੀ ਫਿਰ ਅਸੀਂ ਕਰਮ ਕਰਦੇ ਹਾਂ। ਕਰਮ ਧਰਮ ਯੁਗਤਾ, ਅਸੀਂ ਤਰੀਕੇ ਦੇ ਨਾਲ ਧਰਮ ਦੇ ਅਨੁਸਾਰ ਜਿਹੜੇ ਧਰਮ ਨੂੰ ਧਾਰਨ ਕੀਤਾ, ਜਿਹੜੇ ਨਿਯਮਾਂ ਨੂੰ ਧਾਰਨ ਕੀਤਾ, ਉਵੇਂ ਕਰਮ ਕਰਦੇ ਹਾਂ। ਨਿਮਖ ਨਾ ਹੇਤ ਕਰਤਾ, ਪਰ ਪਿਆਰ ਸਾਡਾ ਕੋਈ ਨਹੀਂ। ਕੇਸ ਰੱਖੇ ਨੇ, ਪਿਆਰ ਨਹੀਂ ਹੈਗਾ। ਮਜਬੂਰੀ ਹੈ ਕਾਹਦੀ? ਇੱਥੋਂ ਨੌਕਰੀ ਚੋਂ ਕੱਢ ਦੇਣਗੇ, ਇਹ ਮਜਬੂਰੀ ਹੈ। ਇਸ ਕਰਕੇ ਹੋਰ ਵੀ ਅਸੀਂ ਧਰਮ ਦੇ ਨਾਲ ਸੰਬੰਧਿਤ ਜਿਹੜੇ ਕਰਮਾਂ ਨੂੰ ਕਰ ਰਹੇ ਹਾਂ, ਉਹਨਾਂ ਦੇ ਵਿੱਚ ਵੀ ਸਾਡਾ ਪ੍ਰੇਮ ਨਹੀਂ। ਗੁਰੂ ਅਰਜਨ ਦੇਵ ਜੀ ਨੇ ਤਾਂ ਸਪਸ਼ਟ ਰੂਪ ਦੇ ਵਿੱਚ ਲਿਖ ਦਿੱਤਾ, ਕਰਮ ਧਰਮ ਜੋ ਦਿਸੇ, ਕਰਮ ਧਰਮ ਪਾਖੰਡ ਜੋ ਦਿਸੇ, ਜਮ ਜਗਾਤੀ ਲੂਟੇ। ਕਰਮ ਧਰਮ ਪਾਖੰਡ ਜੋ ਦਿਸੇ, ਜਮ ਜਗਾਤੀ ਲੂਟੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਧਰਮ ਦੇ ਨਾਲ ਸੰਬੰਧਿਤ ਜਿਹੜੇ ਧਰਮ ਦੇ ਨਾਲ ਸੰਬੰਧਿਤ ਕਰਮ ਕਰ ਰਹੇ ਨਾ, ਇਹ ਪਖੰਡ ਕਰ ਰਹੇ ਆ। ਪਖੰਡ ਦਾ ਅਰਥ ਇਹ ਆ, ਇਹ ਵੀ ਸਮਝ ਲਈਏ, ਜਿੰਦੇ ਵਿੱਚ ਮਨ ਦੀ ਰੁਚੀ ਨਾ ਹੋਵੇ ਤੇ ਮਜਬੂਰੀ 'ਚ ਕਰਨਾ ਪਵੇ, ਉਹਨੂੰ ਪਖੰਡ ਆਖਦੇ ਨੇ। ਜਿੰਦੇ ਵਿੱਚ ਮਨ ਦੀ ਰੁਚੀ ਨਾ ਹੋਵੇ, ਮਜਬੂਰੀ ਦੇ ਵਿੱਚ ਸਾਨੂੰ ਕਰਨਾ ਪਵੇ, ਉਹਨੂੰ ਪਖੰਡ ਆਖਦੇ ਨੇ। ਹੁਣ ਮੇਰਾ ਸਵੇਰੇ ਉੱਠ ਕੇ ਇਸ਼ਨਾਨ ਕਰਨ ਨੂੰ ਤਾਂ ਜੀ ਨਹੀਂ ਕਰਦਾ, ਪਰ ਮੇਰੀ ਮਜਬੂਰੀ ਏ। ਕਾਹਦੀ ਮਜਬੂਰੀ ਹੈ? ਮੈਨੂੰ ਆਖਣਗੇ ਗਿਆਨੀ ਜੀ ਤੁਸੀਂ ਨਹੀਂ ਇਸ਼ਨਾਨ ਕਰਦੇ, ਵੇਖੋ ਹੱਦ ਹੋ ਗਈ ਤੁਹਾਡੇ ਵਾਲੀ ਮਜਬੂਰੀ ਹੈ ਨਾ। ਕੁੱਟਣਗੇ ਵੀ, ਭਜਾ ਵੀ ਦੇਣਗੇ, ਰਹਿਣ ਨਹੀਂ ਦੇਣਗੇ। ਇਹ ਮੇਰੀ ਮਜਬੂਰੀ ਹੈ, ਮੇਰੀ ਰੋਜੀ ਰੋਟੀ ਬਣੀ ਹੈ, ਉਸ ਮਜਬੂਰੀ ਦਾ ਮਾਰਾ ਮੈਂ ਇਸ਼ਨਾਨ ਕਰਦਾ, ਤੇ ਇਹ ਪਖੰਡ ਹੈ, ਇਹ ਸਫਲ ਨਹੀਂ। ਮੇਰੇ ਅੰਦਰ ਸ਼ੌਂਕ ਹੈ ਵੀ ਧੰਨ ਗੁਰੂ ਮਹਾਰਾਜ ਜੀ ਦੀ ਕਥਾ ਵਿਚਾਰ ਕਰਨੀ, ਆਪਾਂ ਨਿਤਨੇਮ ਕਰਨਾ ਹੈ। ਇਸ਼ਨਾਨ ਕਰਕੇ ਫਿਰ ਜੁੜਿਆ ਹੋਇਆ ਪਰਮਾਤਮਾ ਦੇ ਨਾਲ ਇਸ਼ਨਾਨ ਕਰ ਰਿਹਾ, ਤੇ ਫਿਰ ਉਹ ਪਖੰਡ ਨਹੀਂ। ਕਰਮ ਧਰਮ ਪਾਖੰਡ ਜੋ ਦਿਸੇ, ਕਰਮ ਦੇ ਧਰਮ ਦੇ ਨਾਲ ਜੁੜੇ ਜਿਹੜੇ ਕਰਮ ਕਰਦੇ ਆ, ਜਿਨ੍ਹਾਂ ਵਿੱਚ ਸਾਡੀ ਰੁਚੀ ਨਹੀਂ, ਇਸ ਤਰ੍ਹਾਂ ਦੇ ਜਿਹੜੇ ਪਖੰਡ ਕਰ ਰਹੇ ਆ, ਇਹ ਜਿਹੜਾ ਕੁਝ ਵੀ ਦਿਸਦਾ ਨਾ, ਜਮ ਜਗਾਤੀ ਲੂਟੇ, ਇਹਨਾਂ ਨੂੰ ਜਮਾਂ ਨੇ ਲੁੱਟ ਲੈਣਾ ਹੈ। ਉਹੀ ਗੁਰੂ ਮਹਾਰਾਜ ਜੀ ਇੱਥੇ ਗੱਲ ਦੱਸ ਰਹੇ ਨੇ, ਕਰਮ ਧਰਮ ਯੁਗਤਾ। ਧਰਮ ਦੇ ਨਾਲ ਜਿਹੜੇ ਕਰਮ ਨੇ, ਉਹਨਾਂ ਨੂੰ ਬੜੀ ਤਰੀਕੇ ਦੇ ਨਾਲ ਕਰ ਰਹੇ। ਨਿਮਖ ਨਾ ਹੇਤ, ਪਰ ਪਿਆਰ ਕੋਈ ਨਹੀਂ। ਕਰਤਾ ਬੜੇ ਨਿਯਮ ਦੇ ਨਾਲ ਹੈ, ਪਰ ਪਿਆਰ ਕੋਈ ਨਹੀਂ, ਸ਼ਰਧਾ ਕੋਈ ਨਹੀਂ, ਮਜਬੂਰੀ ਹੈ। ਮਜਬੂਰੀ ਕਰਕੇ ਕਰ ਰਿਹਾ। ਗਰਭ ਗਰਭ ਪੜ੍ਹੇ ਕਹੀ ਨਾ ਲਿਖੇ, ਗਰਭ ਗਰਭ ਹੰਕਾਰ ਦੇ ਵਿੱਚ ਪੜ੍ਹੇ। ਇਹ ਵੀ ਪੜ੍ਹੇ ਪਾਠ, ਪੜ੍ਹੇ ਦਾ ਅਰਥ ਹੁੰਦਾ ਪੜ੍ਹਨਾ, ਤੇ ਜੇ ਆਪਾਂ ਕਹਿੰਦੇ ਪੜ੍ਹੇ, ਇਹ ਫਿਰ ਬ੍ਰਿਜ ਭਾਸ਼ਾ ਦਾ ਬਾਗੜ ਬੋਲੀ ਦਾ ਸ਼ਬਦ ਬਣਦਾ, ਇਹਦਾ ਅਰਥ ਹੁੰਦਾ ਪੈਣਾ। ਗਰਭ ਗਰਭ ਪੜ੍ਹੇ ਕਹੀ ਨਾ ਲਿਖੇ, ਹੰਕਾਰ ਦੇ ਵਿੱਚ ਪੜ੍ਹਦਾ ਹੈ। ਫਿਰ ਬਈ ਲੋਕੀ ਆਖਣਗੇ ਬਈ ਇਹ ਬੜਾ ਚੰਗਾ, ਬੜਾ ਸਿਆਣਾ ਹੈ, ਇਸ ਤਰ੍ਹਾਂ ਹੰਕਾਰ ਦੇ ਵਿੱਚ ਜਦੋਂ ਪੜ੍ਹਦਾ, ਤੇ ਇਹ ਭਾਈ ਕਿਤੇ ਲੇਖੇ ਨਹੀਂ ਹੁੰਦਾ ਹੈ ਜੀ। ਜਿਸ ਭੇਟੀਐ ਸਫਲ ਮੂਰਤ, ਕਰੈ ਸਦਾ ਕੀਰਤ, ਗੁਰ ਪ੍ਰਸਾਦ ਕੋ ਨੇਤਰੋ ਵੇਖੈ। ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਜਿੰਦੂ ਮਿਲਦਿਆਂ ਸਫਲ ਮੂਰਤ, ਕਿਸੇ ਸਫਲ ਮੂਰਤ ਨੂੰ ਮਿਲਦਿਆਂ ਸਾਰ ਕਰੇ ਸਦਾ ਕੀਰਤ, ਜਿਹੜਾ ਤੇਰੇ ਨਾਮ ਦਾ ਜਸ ਕਰਦਾ ਹੋਵੇ, ਉਹ ਸਫਲ ਮੂਰਤ ਵਾਲਾ ਕੋਈ ਇਸ ਤਰ੍ਹਾਂ ਦਾ ਸਰੀਰ ਮਿਲ ਜਾਵੇ। ਹੇ ਮੇਰੇ ਵਾਹਿਗੁਰੂ ਕਿਰਪਾ ਕਰ, ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤ, ਜਿੰਦੀ ਸਫਲ ਮੂਰਤ ਹੋਵੇ। ਹੁਣ ਸਫਲ ਮੂਰਤ ਕਿਵੇਂ ਆ? ਸਾਡਾ ਸਰੀਰ, ਇਹਨੂੰ ਮੂਰਤ ਆਖਿਆ ਗਿਆ, ਫੋਟੋ ਵੇ। ਇਹ ਮੂਰਤ ਦਾ ਅਰਥ ਹੁੰਦਾ ਫੋਟੋ। ਆ ਸਾਡਾ ਸਰੀਰ ਹੈ, ਇਹ ਸਾਡੀਆਂ ਫੋਟੋਆਂ ਨੇ। ਇਹ ਫੋਟੋ ਹੈ ਜਿਹੜੀ ਮੂਰਤ ਹੈ ਨਾ, ਜਿਹੜਾ ਸਾਡਾ ਸਰੂਪ ਹੈ, ਇਹ ਸਫਲ ਕਿਵੇਂ ਹੈ? ਜਿਹਨੇ ਨਾਮ ਜਪ ਕੇ ਪ੍ਰਭੂ ਪਰਮਾਤਮਾ ਨੂੰ ਪਾ ਲਿਆ, ਉਹਦਾ ਸਫਲ ਹੈ, ਦੂਜਿਆਂ ਦਾ ਸਫਲ ਨਹੀਂ। ਗੁਰੂ ਜੀ ਨੇ ਸਫਲ ਮੂਰਤ ਦੀ ਗੱਲ ਕੀਤੀ, ਆਮ ਸਰੀਰ ਦੀ ਗੱਲ ਨਹੀਂ ਕੀਤੀ। ਜਿਸ ਭੇਟੀਏ ਸਫਲ ਮੂਰਤ, ਜਿਸ ਸਫਲਾ ਮੂਰਤ ਵਾਲੇ ਨੂੰ ਅਸੀਂ ਕਿਤੇ ਮਿਲ ਜਾਈਏ, ਕਰੇ ਸਦਾ ਕੀਰਤ, ਉਹ ਸਦਾ ਤੇਰਾ ਜਸ ਕਰਦਾ ਹੋਵੇ, ਤੇਰੇ ਜਸ ਦੇ ਨਾਲ ਜੁੜਿਆ ਹੋਵੇ। ਗੁਰ ਪ੍ਰਸਾਦ ਕੋ ਨੇਤਰੋਂ ਪੇਖੇ, ਗੁਰੂ ਦੀ ਕਿਰਪਾ ਹੋ ਜਾਵੇ ਤੇ ਇਹ ਅੱਖਾਂ ਨੇ ਨਾ ਜਿਹੜੀਆਂ, ਕਿਤੇ ਉਹਨੂੰ ਵੇਖ ਲੈਣ, ਉਹਦੇ ਦਰਸ਼ਨ ਕਰ ਲੈਣ ਜੀ। ਮਨ ਹਠ ਜੋ ਕਮਾਵੇ, ਮਨ ਹਠ ਜੋ ਕਮਾਵੇ, ਤੈਨ ਲਾ ਲੇਖੈ ਪਾਵੈ, ਬਗਲ ਜੋ ਧਿਆਨ ਲਾਵੈ, ਮਾਇਆ ਦੇ ਧਾਰੀ। ਮਨ ਹੱਠ ਦਾ ਅਰਥ ਹੁੰਦਾ ਮਨ ਦੀ ਜਿੱਦ ਕਰਕੇ
ਜਿਹੜਾ ਵੀ ਕਰਮ ਕਰਨਾ ਹੈ ਮਨ ਹੱਠ ਜੋ ਕਮਾਵੇ, ਜਿਹੜਾ ਅਸੀਂ ਮਨ ਦੀ ਜਿੱਦ ਕਰਕੇ ਕਮਾਉਂਦੇ ਆ, ਤਿਲ ਨਾ ਲੇਖੇ ਪਾਵੇ, ਇਹ ਤਿਲ ਮਾਤਰ ਵੀ ਲੇਖੇ ਦੇ ਵਿੱਚ ਨਹੀਂ। ਇੱਕ ਤਿਲ ਜਿੰਨਾ ਵੀ ਇਹਦਾ ਸਾਨੂੰ ਕੋਈ ਲਾਭ ਨਹੀਂ। ਬਗਲ ਜੋ ਧਿਆਨ ਲਾਵੇ ਤੇ ਜਿੰਦਾ ਧਿਆਨ ਬਗਲੇ ਦੀ ਤਰ੍ਹਾਂ ਲੱਗਦਾ। ਹੁਣ ਬਗਲੇ ਦਾ ਦ੍ਰਿਸ਼ਟਾਂਤ ਗੁਰੂ ਮਹਾਰਾਜ ਜੀ ਤਾਂ ਦਿੰਦੇ ਨੇ, ਵਿਚਾਰਾ ਇੱਕ ਲੱਤ ਤੇ ਪਾਣੀ ਦੇ ਵਿੱਚ ਖੜਾ ਹੋ ਜਾਂਦਾ ਹੈ ਤੇ ਧਿਆਨ ਹੈ ਜਿਹੜਾ ਉਹ ਹੁੰਦਾ ਵੀ ਜਿਹੜੀ ਮੱਛੀ ਮੇਰੇ ਪੈਰਾਂ ਦੇ ਕੋਲ ਆਈ ਨਾ ਮੈਂ ਉਹਨੂੰ ਫੜ ਲੈਣਾ ਹੈ। ਤੇ ਹੁਣ ਮੈਂ ਵੀ ਬਗਲੇ ਦੀ ਤਰ੍ਹਾਂ ਧਿਆਨ ਲਾਣਾ। ਕਿਵੇਂ ਲਾਣਾ? ਮੈਂ ਵੀ ਇੱਕ ਲੱਤ ਤੇ ਖੜ ਜਾਣਾ, ਚਲੋ ਮੈਂ ਬੈਠ ਜਾਣਾ ਤੇ ਮੈਂ ਵੀ ਵੇਖਦਾ ਵੀ ਜਿਹੜੀ ਕੋਈ ਮਛਲੀ ਮੇਰੇ ਕੋਲ ਆਉਂਦੀ ਹੈ ਨਾ ਮੈਂ ਵੀ ਉਹਨੂੰ ਫੜ ਲੈਣਾ। ਉਹ ਮਛਲੀ ਖਾ ਜਾਂਦਾ ਹੈ, ਮੈਂ ਉਹਦੀ ਜੇਬ ਖਾ ਜਾਂਦਾ। ਉਹਦੇ 'ਚ ਤੇ ਮੇਰੇ 'ਚ ਫਰਕ ਕੀ ਹੈ? ਫਰਕ ਕੋਈ ਵੀ ਨਹੀਂ ਹੈਗਾ। ਮਨ ਅੱਠ ਜੋ ਕਮਾਵੇ, ਮਨ ਦੀ ਜਿੱਦ ਕਰਕੇ ਜਿਹੜਾ ਕੁਝ ਵੀ ਅਸੀਂ ਕਮਾਇਆ ਤਿਲ ਨਾ ਲੇਖੇ ਪਾਵੇ, ਉਹਦੇ ਵਿੱਚ ਤਿਲ ਮਾਤਰ ਵੀ ਗੁਰੂ ਜੀ ਕਹਿੰਦੇ ਨੇ ਲੇਖੇ ਦੇ ਵਿੱਚ ਨਹੀਂ ਆਉਣ ਵਾਲਾ। ਬਗਲ ਜੋ ਧਿਆਨ ਲਾਵੇ ਤੇ ਜਿੰਦਾ ਧਿਆਨ ਬਗਲੇ ਦੀ ਤਰ੍ਹਾਂ ਮਾਇਆ ਰੇ ਧਾਰੀ, ਉਹ ਮਾਇਆ ਧਾਰੀ ਏ। ਉਹ ਸੰਤ ਨਹੀਂ, ਭਗਤ ਨਹੀਂ, ਸਾਧੂ ਨਹੀਂ, ਕੁਝ ਵੀ ਨਹੀਂ, ਕੇਵਲ ਤੇ ਕੇਵਲ ਮਾਇਆ ਧਾਰੀ ਹੈ ਜੀ। ਕੋਈ ਐਸੋ ਰੇ ਸੁਖ ਹੈ ਦਾਈ, ਪ੍ਰਭ ਕੀ ਕਥਾ ਸੁਨਾਈ, ਤਿਸ ਭੇਟੇ ਗਾਤ ਹੋਏ ਹਮਾਰੀ। ਅੱਗੇ ਗੁਰੂ ਜੀ ਰਹਿਮਤ ਕਰਦੇ ਨੇ, ਕੋਈ ਇਸ ਤਰ੍ਹਾਂ ਦਾ ਸੁਖ ਦੇਣ ਵਾਲਾ ਹੋਵੇ, ਕੋਈ ਐਸੋ ਰੇ ਸੁਖ ਹੈ ਦਾਈ, ਕੋਈ ਇਸ ਤਰ੍ਹਾਂ ਦਾ ਸੁਖ ਦੇਣ ਵਾਲਾ ਹੋਵੇ। ਪ੍ਰਭ ਕੀ ਕਥਾ ਸੁਣਾਈ, ਜਿਹੜਾ ਸਾਨੂੰ ਉਸ ਪਰਮਾਤਮਾ ਦੀ ਗੱਲ ਦੱਸੇ, ਵਾਹਿਗੁਰੂ ਦੀਆਂ ਕਥਾਵਾਂ ਦੱਸੇ। ਤਿਸ ਭੇਟੇ ਗਤ ਹੋਏ ਹਮਾਰੀ, ਜੇ ਉਹ ਮਿਲ ਜਾਵੇ ਤੇ ਉਹਦੇ ਨਾਲ ਵੀ ਸਾਡੀ ਗਤੀ ਹੋ ਸਕਦੀ ਹੈ ਜੀ। ਸੋ ਪ੍ਰਸੰਨ ਗੋਪਾਲ ਰਾਏ, ਕਾਟੇ ਰੇ ਬੰਧਨ ਮਾਏ, ਗੁਰ ਕੈ ਸ਼ਬਦ ਮੇਰਾ ਮਨ ਰਾਤਾ। ਸੋ ਪ੍ਰਸੰਨ, ਉਹ ਖੁਸ਼ ਹੋ ਜਾਵੇ। ਕੌਣ? ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ, ਰਾਏ ਰੱਜਿਆ ਹੋਇਆ। ਕਾਟੇ ਰੇ ਬੰਧਨ, ਉਹ ਫਿਰ ਸਾਡੇ ਸਾਰੇ ਜਿਹੜੇ ਬੰਧਨ ਨੇ ਨਾ, ਜਿਹੜੇ ਉਲਝੇਵੇਂ ਨੇ, ਇਹ ਸਾਰੇ ਦੇ ਸਾਰੇ ਕੱਟ ਦੇਵੇ। ਗੁਰ ਕੇ ਸ਼ਬਦ ਮੇਰਾ ਮਨ ਰਾਤਾ, ਤੇ ਗੁਰੂ ਦੇ ਸ਼ਬਦ ਦੇ ਨਾਲ ਸਾਡਾ ਮਨ ਹੈ ਜਿਹੜਾ ਗੁਰੂ ਚਰਨਾਂ ਦੇ ਵਿੱਚ ਰੰਗਿਆ ਜਾਵੇ ਜੀ। ਸਦਾ ਸਾਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਤੇ ਸਦਾ ਦੇ ਲਈ ਫਿਰ ਆਨੰਦ ਬਣ ਜਾਂਦਾ। ਭੇਟਿਓ ਨਿਰਭੈ ਗੋਬਿੰਦ, ਪ੍ਰਭੂ ਪਰਮਾਤਮਾ ਜਿਹੜਾ ਨਿਰਭਉ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਜਦੋਂ ਸਾਡਾ ਮਨ ਗੁਰੂ ਦੇ ਚਰਨਾਂ ਦੇ ਪ੍ਰੈਣ ਹੋ ਜਾਂਦਾ ਹੈ ਫਿਰ ਭਾਈ ਸੁਖ ਲੱਭਦੇ ਹਨ ਜੀ। ਸਫਲ ਸਫਲ ਭਈ ਸਫਲ ਯਾਤਰਾ, ਇਹ ਯਾਤਰਾ ਸਫਲ ਹੋ ਗਈ ਏ। ਅਸੀਂ ਇਸ ਸਰੀਰ ਦੇ ਨਾਲ ਇੱਕ ਯਾਤਰਾ ਕਰ ਰਹੇ ਹਾਂ। ਜਨਮ ਤੋਂ ਲੈ ਕੇ ਇਹ ਯਾਤਰਾ ਜਿਹੜੀ ਇਹ ਸਿਵਿਆਂ ਤੱਕ ਜਾਣੀ ਹੈ। ਜਨਮ ਤੋਂ ਲੈ ਕੇ ਮਰਨ ਤੱਕ ਦੀ ਜਿਹੜੀ ਯਾਤਰਾ ਹੈ ਨਾ, ਇਹ ਸਰੀਰ ਦੀ ਯਾਤਰਾ ਹੈ। ਕਈ ਵਾਰੀ ਸਰੀਰ ਆਪਣੀ ਯਾਤਰਾ ਪੂਰੀ ਕਰ ਲੈਂਦਾ ਤੇ ਮਨ ਜਿਹੜਾ ਹੈ ਨਾ, ਇਹ ਆਪਣੀ ਯਾਤਰਾ ਪੂਰੀ ਨਹੀਂ ਕਰਦਾ। ਜਿੱਥੇ ਸਰੀਰ ਯਾਤਰਾ ਕਰ ਰਿਹਾ ਇੱਥੇ ਨਾਲ ਮਨ ਵੀ ਯਾਤਰਾ ਕਰ ਰਿਹਾ। ਮਨ ਨੇ ਉਸ ਪ੍ਰਭੂ ਪਰਮਾਤਮਾ ਦਾ ਰੂਪ ਹੋ ਜਾਣਾ ਹੈ ਇਸ ਸਰੀਰ ਦੇ ਰਹਿੰਦਿਆਂ ਹੀ। ਜੇ ਸਰੀਰ ਸਿਵਿਆਂ 'ਚ ਗਿਆ ਚਲਾ ਤੇ ਮਗਰੋਂ ਅਸੀਂ ਕਹਿ ਦਿੱਤਾ ਵੀ ਇਹ ਸੰਤ ਸੀ, ਇਹ ਮਹਾਤਮਾ ਸੀ, ਤੇ ਬਿਲਕੁਲ ਝੂਠ ਹੈ, ਗਲਤ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਸਰੀਰ ਦੀ ਯਾਤਰਾ ਪੂਰੀ ਹੋਣ ਦੇ ਨਾਲ ਹੀ ਇਹ ਜਿਹੜਾ ਅੰਦਰ ਸਾਡਾ ਮਨ ਹੈ, ਰੂਹ ਹੈ, ਜਿਹੜੀ ਆਤਮਾ ਹੈ, ਇਹਨੇ ਅੱਗੇ ਹੋਰ ਸਰੀਰ ਲੈ ਲੈਣਾ। ਕਿਉਂ? ਕਿਉਂਕਿ ਇਹਦੇ ਤੋਂ ਇਸ ਸਰੀਰ ਦੇ ਵਿੱਚ ਯਾਤਰਾ ਪੂਰੀ ਨਹੀਂ ਹੋਈ। ਯਾਤਰਾ ਦੋ ਕਰਦੇ ਨੇ, ਮਨ ਕਰਦਾ ਤੇ ਇੱਕ ਕਰਦਾ ਸਾਡਾ ਸਰੀਰ। ਸਰੀਰ ਦੀ ਜਿਹੜੀ ਯਾਤਰਾ ਹੈ ਉਹ ਜਨਮ ਤੋਂ ਮਰਨ ਤੱਕ ਹੈ, ਤੇ ਮਨ ਦੀ ਯਾਤਰਾ ਜਿਹੜੀ ਇਹ ਪਹਿਲੇ ਪਿਆਰ ਲੱਗਾ ਥਣ ਦੁੱਧ, ਇੱਥੋਂ ਸ਼ੁਰੂ ਹੁੰਦੀ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ। ਇਹ ਯਾਤਰਾ ਸ਼ੁਰੂ ਹੋ ਗਈ ਹੈ। ਪਹਿਲੋਂ ਇਹਨੂੰ ਗਿਆਨ ਆਇਆ ਹੈ ਦੁੱਧ ਦਾ, ਫਿਰ ਇਹਨੂੰ ਮਾਤਾ ਪਿਤਾ ਦਾ, ਭੈਣ ਭਰਾਵਾਂ ਦਾ, ਖੇਡਣ ਦਾ, ਫਿਰ ਇਸ ਤਰ੍ਹਾਂ ਅੱਗੇ ਗਿਆਨ। ਇਸ ਗਿਆਨ ਦੇ ਨਾਲ ਨਾਲ ਇਹਨੂੰ ਉਸ ਪ੍ਰਭੂ ਪਰਮਾਤਮਾ ਦਾ ਵੀ ਗਿਆਨ ਹੈ ਜਿਹੜਾ ਉਹ ਵੀ ਵੱਧਦਾ ਜਾਣਾ ਚਾਹੀਦਾ ਸੀ, ਪਰ ਉਹ ਨਹੀਂ ਵਧਿਆ ਤੇ ਮਨ ਦੀ ਯਾਤਰਾ ਨਹੀਂ ਪੂਰੀ ਹੋਈ। ਇਸ ਗਿਆਨ ਦੇ ਨਾਲ ਇਹ ਬਾਹਰੀ ਗਿਆਨ ਹੈ, ਬਾਹਰੀ ਗਿਆਨ ਦੇ ਨਾਲ ਜੇ ਅੰਦਰੂਨੀ ਗਿਆਨ ਹੈ ਜਿਹੜਾ ਉਹ ਵੀ ਵੱਧਦਾ ਗਿਆ ਹੈ ਤੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਜਿਵੇਂ ਇੱਧਰ ਪੁੱਤਰ ਤੋਂ ਪਿਓ ਬਣ ਗਿਆ, ਉਧਰ
ਜੀਵ ਤੋਂ ਪ੍ਰਭੂ ਪਰਮਾਤਮਾ ਦਾ ਰੂਪ ਬਣ ਗਿਆ ਤੇ ਫਿਰ ਭਾਈ ਯਾਤਰਾ ਸਫਲ ਹੈ, ਨਹੀਂ ਤਾਂ ਯਾਤਰਾ ਸਫਲ ਨਹੀਂ। ਸਫਲ ਭਾਈ ਸਫਲ ਯਾਤਰਾ ਗੁਰੂ ਕਿਰਪਾ ਕਰੇ ਸਾਰਿਆਂ ਦੀ ਇਹ ਜੀਵਨ ਯਾਤਰਾ ਜਿਹੜੀ ਨਾਮ ਜਪ ਕੇ ਸਿਮਰਨ ਕਰਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਲੀਨ ਰਹਿ ਕੇ ਉੱਥੇ ਪਹੁੰਚ ਕੇ ਸਫਲ ਹੋ ਜਾਵੇ ਜੀ। ਆਵਣ ਜਾਣ ਰਹੇ ਮਿਲੇ ਸਾਧਾ। ਹੁਣ ਆਉਣਾ ਜਾਣਾ ਵੀ ਰਹਿ ਗਿਆ ਹੈ, ਆਏਗਾ ਵੀ ਨਹੀਂ ਤੇ ਜਾਏਗਾ ਵੀ ਨਹੀਂ, ਕਿਉਂਕਿ ਯਾਤਰਾ ਹੀ ਪੂਰੀ ਹੋ ਗਈ। ਹੁਣ ਜਾਣਾ ਕਿੱਥੇ ਤੇ ਆਉਣਾ ਕਿੱਥੇ? ਉਸ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਉਹਦੇ ਵਿੱਚ ਲੀਨ ਹੋ ਗਿਆ। ਆਵਣ ਜਾਣ ਰਹੇ, ਆਉਣਾ ਤੇ ਜਾਣਾ ਰਹਿ ਗਿਆ। ਮਿਲੇ ਸਾਧਾ, ਉਹਨਾਂ ਨੂੰ ਜਾ ਮਿਲਿਆ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ। ਮਨ ਨੂੰ ਸਾਧ ਕੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਿੱਧਾ ਕਰ ਲਿਆ, ਉੱਥੇ ਜਾ ਮਿਲੇ। ਰਹਾਓ ਦੂਜਾ, ਇਸ ਪਾਵਨ ਸ਼ਬਦ ਦੇ ਅੰਦਰ ਦੋ ਰਹਾਓ ਆਏ ਨੇ। ਪਹਿਲਾ ਰਹਾਓ ਸੀ ਜਿਹੜਾ ਉਹਦੇ ਚ ਗੁਰੂ ਜੀ ਨੇ ਸਾਨੂੰ ਦੱਸਿਆ ਸੀ ਵੀ ਗੁਰਮੁਖ ਪਿਆਰਿਆ ਕਰੋ ਸੇਵਾ ਗੁਰ ਲਾਗੋ ਚਰਨ, ਗੁਰੂ ਦੀ ਸੇਵਾ ਕਰ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ। ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਤੇ ਗੁਰੂ ਨੂੰ ਆਖ ਮੈਨੂੰ ਰੱਬ ਦਾ ਰਸਤਾ ਦੱਸ। ਇਸ ਰਾਹ ਦੇ ਵਿੱਚ ਗੁਰੂ ਜੀ ਨੇ ਸਾਨੂੰ ਇਹ ਦੱਸਿਆ, ਸੱਚੇ ਸਤਿਗੁਰ ਸਾਨੂੰ ਦੱਸ ਰਹੇ ਨੇ ਸਫਲ ਪਈ ਯਾਤਰਾ। ਜਿਹੜਾ ਗੁਰੂ ਦੇ ਰਸਤੇ ਤੇ ਚੱਲ ਪਿਆ ਉਹਦੀ ਯਾਤਰਾ ਪੂਰੀ ਹੋ ਗਈ ਹੈ, ਉਹਦਾ ਆਉਣਾ ਜਾਣਾ ਜੰਮਣਾ ਮਰਨਾ ਜਿਹੜਾ ਇਹ ਰਹਿ ਗਿਆ ਹੈ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਨ, ਦਾਸ ਦਾ ਵਿਚਾਰਿਆ, ਸੰਗਤਾਂ ਦਾ ਸਰਵਣ ਕੀਤਾ, ਭਾਈ ਸਾਹਿਬ ਜੀ ਦੀ ਬਾਣੀ ਪੜ੍ਹੀ, ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਣ, ਸਭ ਦਾ ਸਫਲਾ ਹੋਵੇ। ਦੇਹੋ ਸੱਜਣ ਆਸੀਸੜੀਆ, ਜੇ ਹੋਵੇ ਸਾਹਿਬ ਸਿਓ ਮੇਲ।